ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਸਾਖੀ ਰੂਪ ਦੇ ਵਿੱਚ ਸਰਵਣ ਕਰ ਰਹੇ ਹੋ। ਪ੍ਰਸੰਗ ਚੱਲ ਰਿਹਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਗਾਈ ਕਿਵੇਂ ਹੋਈ। ਜਦੋਂ ਭਾਈ ਜੈ ਰਾਮ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਰਿਸ਼ਤਾ ਪੋਖੋ ਕੇ ਰੰਧਾਵੇ ਮੂਲ ਚੰਦ ਖੱਤਰੀ ਜੋ ਪਟਵਾਰੀ ਸਨ, ਉਹਨਾਂ ਦੀ ਲੜਕੀ ਦੇ ਨਾਲ ਪੱਕਾ ਕੀਤਾ। ਮੂਲ ਚੰਦ ਜੀ ਸੁਲਤਾਨਪੁਰ ਲੋਧੀ ਆਏ ਔਰ ਆ ਕੇ ਸਾਰੀ ਗੱਲਬਾਤ ਕਰਕੇ ਰਿਸ਼ਤਾ ਪੱਕਾ ਕਰ ਗਏ। ਔਰ ਫਿਰ ਭਾਈ ਜੈ ਰਾਮ ਜੀ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਾਤਾ ਪਿਤਾ ਨੂੰ, ਸਾਕ ਸੰਬੰਧੀਆਂ ਨੂੰ ਸੱਦਾ ਪੱਤਰ ਦੇ ਕੇ ਗਏ ਕਿ ਸਾਡੇ ਪੋਖੋ ਕੇ ਰੰਧਾਵੇ ਆ ਕੇ ਆਪ ਵੀ ਜੋ ਸਗਾਈ ਦੀਆਂ ਰਸਮਾਂ ਹਨ ਉਹ ਆ ਕੇ ਪੂਰੀਆਂ ਕਰ ਲੈਣਾ। ਸੋ ਇਸ ਪ੍ਰਕਾਰ ਜਦੋਂ ਪੱਖੋ ਕੇ ਰੰਧਾਵੇ ਮੂਲ ਚੰਦ ਜੀ ਨੇ ਰਿਸ਼ਤਾ ਪੱਕਾ ਕੀਤਾ, ਸੁਨੇਹਾ ਭੇਜਿਆ ਗਿਆ ਨਨਕਾਣਾ ਸਾਹਿਬ, ਤਲਵੰਡੀ ਸਾਹਿਬ ਜਿੱਥੇ ਹੁਣ ਪਾਕਿਸਤਾਨ ਵਿੱਚ ਹੈ, ਜਿਹਨੂੰ ਨਨਕਾਣਾ ਸਾਹਿਬ ਕਹਿੰਦੇ ਨੇ ਅੱਜ ਕੱਲ੍ਹ। ਰਾਏ ਭੋਏ ਕੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ, ਤੇ ਜਿਹੜਾ ਦਮਦਮਾ ਸਾਹਿਬ ਹੈ ਇਹਨੂੰ ਕਹਿੰਦੇ ਨੇ ਸਾਬੋ ਕੀ ਤਲਵੰਡੀ। ਤੇ ਇਹ ਜ਼ਰੂਰ ਪ੍ਰਸੰਗ ਦੇ ਵਿੱਚ ਯਾਦ ਰੱਖਣਾ, ਰਾਏ ਭੋਏ ਕੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਸੁਨੇਹਾ ਭੇਜਿਆ। ਬੜੀਆਂ ਖੁਸ਼ੀਆਂ ਹੋਈਆਂ। ਮਾਤਾ ਤ੍ਰਿਪਤਾ ਜੀ ਨੇ ਆਪਣੇ ਪੇਕੇ ਪਰਿਵਾਰ ਉਹਨਾਂ ਨੂੰ ਸੁਨੇਹਾ ਭੇਜਿਆ, ਉਹ ਵੀ ਆਏ। ਸਾਰੇ ਪਰਿਵਾਰ ਨਾਨਕੇ ਔਰ ਮਹਿਤਾ ਕਾਲੂ ਜੀ ਦਾ ਪਰਿਵਾਰ ਮਿਲ ਕੇ ਸੁਲਤਾਨਪੁਰ ਲੋਧੀ ਪਹੁੰਚੇ। ਰਾਏ ਬੁਲਾਰ ਜੀ ਦਾ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਹੈ। ਰਾਏ ਬੁਲਾਰ ਜੀ ਨੇ ਪ੍ਰੇਮ ਦਾ ਸੁਨੇਹਾ ਭੇਜਿਆ ਆਪਣੇ ਪ੍ਰੀਤਮ ਨੂੰ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਕਿ ਮੇਰੇ ਹੱਥ ਜੋੜ ਕੇ ਨਮਸਕਾਰ ਕਰਨਾ ਔਰ ਕਹਿਣਾ ਕਿ ਰਾਏ ਬੁਲਾਰ ਜੀ ਆਪ ਜੀ ਨੂੰ ਯਾਦ ਕਰਦਾ ਰਹਿੰਦਾ ਹੈ। ਸੁਨੇਹਾ ਲੈ ਕੇ ਸੁਲਤਾਨਪੁਰ ਲੋਧੀ ਪਹੁੰਚ ਗਏ। ਸਾਰਾ ਪਰਿਵਾਰ ਮਿਲਿਆ, ਬੜੀ ਖੁਸ਼ੀ ਹੋਈ, ਆਨੰਦ ਮੰਗਲ ਹੋਏ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪ੍ਰੀਤਮ ਦਾ ਸੁਨੇਹਾ ਲੈਣ ਵਾਸਤੇ ਰਾਏ ਬੁਲਾਰ ਜੀ ਦਾ ਆਪ ਘਰ ਪਹੁੰਚੇ। ਸਾਰੇ ਪਰਿਵਾਰ ਨੂੰ ਫਤਿਹ ਬੁਲਾਈ, ਪਿਤਾ ਜੀ ਦੇ ਗੋਡੀ ਹੱਥ ਲਾਇਆ, ਪੁੱਛਦੇ ਨੇ ਕਿ ਰਾਏ ਬੁਲਾਰ ਜੀ ਦਾ ਕੀ ਹਾਲ ਚਾਲ ਹੈ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਕੱਲ੍ਹ ਦੀ ਸਾਖੀ ਦੇ ਵਿੱਚ। ਆਓ ਇੱਥੋਂ ਜਿਹੜੀ ਅਗਲੀ ਸਾਖੀ ਹੈ, ਆਓ ਪ੍ਰੇਮ ਦੇ ਨਾਲ ਆਪਾਂ ਸਰਵਣ ਕਰੀਏ ਜੀ। ਹਾਂਜੀ ਹਾਂਜੀ, ਦੁਆਰੇ ਪੜੋ। ਹਾਂਜੀ। ਗਤਦਾ ਨੀ ਬੂਝਤ ਪਏ ਪਨ ਹੋ ਜਨਕ ਸਮਝਾਏ। ਤਾਂ ਮੁਕਤੀ ਤੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਣ ਲੱਗੇ ਆਪਣੇ ਪਿਤਾ ਜੀ ਨੂੰ। ਹਾਂਜੀ। ਤਨ ਅਨਾਮਨ ਅਨਦ ਹੈ ਤਲਵੰਡੀ ਮੇ ਆਏ। ਤਾਂ ਕਹਿਣ ਲੱਗੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪੁੱਛਦੇ ਨੇ ਪਿਤਾ ਜੀ ਦੇ ਗੋਡੀ ਹੱਥ ਲਾ ਕੇ, ਗਤ ਦਾਨੀ ਬੂਝਤ ਪਏ ਭਨੋ ਜਨਕ ਸਮਝਾਏ ਕਿ ਹੇ ਪਿਤਾ ਜੀ ਮੈਨੂੰ ਦੱਸਣਾ ਕਰੋ, ਤਨ ਅਨਾਮ ਮਨ ਅਨੰਦ ਹੈ ਤਲਵੰਡੀ ਮੇ ਰਾਏ, ਕਿ ਜਿਹੜਾ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਰਾਏ ਬੁਲਾਰ ਜੀ ਰਹਿੰਦਾ ਹੈ, ਉਹਦਾ ਕੀ ਹਾਲ ਚਾਲ ਹੈ, ਉਹਦੇ ਬਾਰੇ ਦੱਸਣਾ ਕਰੋ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਪੁੱਛਿਆ, ਕਾਲੂ ਕਹਿਤ ਪਇਓ ਸੁਨ ਤਾਤਾ ਹਾਂ ਵਿਸਰ ਗਈ ਥੀ ਔਰ ਤੇ ਬਾਤਾ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਉਸੇ ਵੇਲੇ ਕਹਿਣ ਲੱਗੇ, ਕਾਲੂ ਕਹਿਤ ਭਇਓ ਸੁਨ ਤਾਤਾ। ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਇਹ ਪੁੱਤਰ ਜੀ ਸੁਣੋ, ਵਿਸਰ ਗਈ ਥੀ ਉਰਤੇ ਬਾਤਾ। ਮੈਨੂੰ ਤਾਂ ਜੋ ਰਾਏ ਬੁਲਾਰ ਜੀ ਨੇ ਸੁਨੇਹਾ ਭੇਜਿਆ ਸੀ, ਤੁਹਾਡੇ ਵਾਸਤੇ ਬੰਦਨਾ ਭੇਜੀ ਹੈ, ਫਤਿਹ ਸਾਂਝ ਕੀਤੀ ਹੈ, ਫਤਿਹ ਬੁਲਾਈ ਹੈ, ਉਹ ਤਾਂ ਮੈਂ ਭੁੱਲ ਹੀ ਗਿਆ ਸੀ। ਇਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ, ਹਾਂਜੀ ਪੜੋ ਕਾਲੂ। ਕਾਲੂ ਕਹਿਤ ਭਇਓ ਸੁਨ ਤਾਤਾ। ਤਾਂ ਮਹਿਤਾ ਕਾਲੂ ਜੀ ਕਹਿਣ ਲੱਗੇ, ਹੇ ਮੇਰੇ ਪੁੱਤਰ ਜੀ ਸੁਣਨਾ ਕਰੋ, ਵਿਸਰ ਗਈ ਥੀ ਉਰਤੇ ਬਾਤਾ। ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਸੀ ਕਿ ਰਾਏ ਬੁਲਾਰ ਜੀ ਨੇ ਵੀ ਤੁਹਾਨੂੰ ਇੱਕ ਸੁਨੇਹਾ ਭੇਜਿਆ ਹੈ। ਤੁਮ ਕਰਵਾਏ ਦਿਓ ਮੋਹਿ ਯਾਦੂ। ਹਾਂ, ਤੈਂ ਬੜਾ ਵਧੀਆ ਕੀਤਾ, ਮੈਨੂੰ ਯਾਦ ਕਰਵਾ ਦਿੱਤਾ। ਸਭ ਹੈ ਕੁਸ਼ਲਤ ਹੈ ਪ੍ਰਭੂ ਪ੍ਰਸਾਦੂ। ਕਹਿਣ ਲੱਗੇ ਪਰਮੇਸ਼ਰ ਦੀ ਬੜੀ ਕਿਰਪਾ ਹੈ, ਰਾਏ ਬੁਲਾਰ ਜੀ ਬੜੇ ਸਿਹਤਮੰਦ ਵੀ ਨੇ ਔਰ ਖੁਸ਼ ਵੀ ਹਨ। ਪਰਮ ਪ੍ਰੇਮ ਸੋ ਤਹਿ ਮਤ ਪੂਰੀ। ਕਹਿਣ ਲੱਗੇ ਤੁਹਾਡੇ ਨਾਲ ਬੜਾ ਪ੍ਰੇਮ ਕਰਦੇ ਨੇ ਰਾਏ ਬੁਲਾਰ ਜੀ, ਹਰ ਵੇਲੇ ਤੁਹਾਨੂੰ ਪ੍ਰੇਮ ਦੇ ਨਾਲ ਯਾਦ ਕਰਦੇ ਰਹਿੰਦੇ ਨੇ, ਆਪਣੇ ਦਿਲ ਦੇ ਵਿੱਚ ਤੁਹਾਡੇ ਪ੍ਰਤੀ ਬੜਾ ਅਦਬ ਸਤਿਕਾਰ ਰੱਖਦੇ ਨੇ ਰਾਏ ਬੁਲਾਰ ਜੀ। ਕਰੀ ਬੰਦਗੀ ਤੁਮ ਸੋ ਪੂਰੀ। ਹਾਂ, ਕਹਿਣ ਲੱਗੇ ਉਹਨਾਂ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਤੁਹਾਨੂੰ ਬੰਦਨਾ ਭੇਜੀ ਹੈ। ਮੈਨੂੰ ਕਿਹਾ ਸੀ ਵੀ ਜਾ ਕੇ ਮੇਰੇ ਵੱਲੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨੀ ਹੱਥ ਲਾ ਕੇ ਮੱਥਾ ਟੇਕਣਾ। ਕਹਿਓ ਪ੍ਰੀਤ ਸੋ ਤਵ ਪਦ ਪਰਸਨ। ਤਾਂ ਕਹਿਣ ਲੱਗੇ ਬੜੇ ਪ੍ਰੇਮ ਦੇ ਨਾਲ ਉਹਨਾਂ ਨੇ ਬੰਦਨਾ ਭੇਜੀ ਹੈ। ਜਿਸ ਕੋ ਲਾਲਸ ਨਿਸ ਦਿਨ ਦਰਸ਼ਨ। ਰਾਏ ਬੁਲਾਰ ਜੀ ਤਾਂ ਕਹਿਣ ਲੱਗੇ, ਮਹਿਤਾ ਕਾਲੂ ਜੀ ਹਰ ਵੇਲੇ ਤੁਹਾਨੂੰ ਯਾਦ ਕਰਦੇ ਨੇ, ਉਹਨਾਂ ਦੇ ਮਨ ਵਿੱਚ ਹਰ ਵੇਲੇ ਤੁਹਾਡੇ ਦਰਸ਼ਨਾਂ ਦੀ ਭੁੱਖ ਲੱਗੀ ਰਹਿੰਦੀ ਹੈ, ਬਹੁਤ ਸ਼ਰਧਾ ਵਿਸ਼ਵਾਸ ਰੱਖਦੇ ਹਨ ਤੁਹਾਡੇ ਉੱਪਰ। ਇਸ ਤਰ੍ਹਾਂ ਮਹਿਤਾ ਕਾਲੂ ਜੀ ਲੱਗੇ ਕਹਿਣ, ਸੁਣ ਸੰਦੇਸ਼ ਪ੍ਰਿਯ ਉਠੇ ਬਾਹਰੀ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿਆਰੇ ਦਾ ਰਾਏ ਬੁਲਾਰ ਜੀ ਦਾ ਸੁਨੇਹਾ ਸੁਣ ਕੇ ਬੜੇ ਦਿਲ ਦੇ ਵਿੱਚ ਖੁਸ਼ ਹੁੰਦੇ ਨੇ, ਰਾਏ ਬੁਲਾਰ ਜੀ ਨੂੰ ਯਾਦ ਕਰਦੇ ਨੇ। ਉਸ ਤੇ ਮਗਰੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਠ ਕੇ ਆਪਣੇ ਮਾਤਾ ਪਿਤਾ ਹੋਰ ਸਾਕ ਸੰਬੰਧੀਆਂ ਸਾਰਿਆਂ ਨੂੰ ਮਿਲਦੇ ਹਨ। ਗਏ ਮਾਤ ਟਿਗ ਦਵੈ ਕਰ ਜੋਰੀ। ਤਾਂ ਫਿਰ ਜਦੋਂ ਮਾਤਾ ਤ੍ਰਿਪਤਾ ਜੀ ਕੋਲੇ ਗਏ, ਹੱਥ ਜੋੜ ਕੇ ਮਾਤਾ ਤ੍ਰਿਪਤਾ ਜੀ ਦੇ ਚਰਨੀ ਹੱਥ ਲਾਇਆ। ਧਰਿਓ ਯੁਗਲ ਚਰਨਨ ਪਰ ਮਾਥਾ। ਹਾਂ, ਆਪਣੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਅਦਬ ਸਤਕਾਰ ਸਹਿਤ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੰਠ ਲਗਾਏ ਪੂਜ ਗਹਿ ਹਾਥਾ। ਮਾਤਾ ਜੀ ਨੇ ਜਿਸ ਤਰ੍ਹਾਂ ਦੋਏ ਹੱਥਾਂ ਤੋਂ ਫੜ ਕੇ, ਡੌਲਿਆਂ ਤੋਂ ਫੜ ਕੇ ਉੱਪਰ ਚੱਕ ਕੇ ਨਾ ਤੇ ਆਪਣੇ ਗਲ ਦੇ ਨਾਲ ਲਾ ਲਿਆ, ਆਪਣੇ ਪੁੱਤਰ ਨੂੰ ਕੁੱਟ ਕੇ ਜੱਫੀ ਪਾਈ ਮਾਤਾ ਤ੍ਰਿਪਤਾ ਜੀ ਨੇ। ਔਰ ਮਾਤਾ ਤ੍ਰਿਪਤਾ ਜੀ ਦੇ ਅੱਖਾਂ 'ਚੋਂ ਅੰਜੂ ਬਹਿ ਤੁਰੇ ਪ੍ਰੇਮ ਦੇ ਕਰਕੇ। ਹਾਂ, ਹਾਂਜੀ। ਸਜਲ ਬਿਲੋਚਨ ਆਸੁਣ ਪਾਤੀ। ਮਾਤਾ ਤ੍ਰਿਪਤਾ ਜੀ ਬਹੁਤ ਪ੍ਰੇਮ ਕਰਦੇ ਨੇ ਆਪਣੇ ਪੁੱਤਰ ਨਾਲ। ਬਹੁਤ ਚਿਰ ਹੋ ਗਿਆ, ਬਹੁਤ ਚਿਰ ਹੋ ਗਿਆ ਸੀ ਆਪਣੇ ਪੁੱਤਰ ਨੂੰ ਦੇਖਿਆ, ਪਿਆਰ ਕੀਤਿਆਂ। ਇਸ ਪ੍ਰਕਾਰ ਪਿਆਰ ਦੇ ਵਿੱਚ ਅੰਜੂ ਆ ਗਏ ਮਾਤਾ ਤ੍ਰਿਪਤਾ ਜੀ ਦੇ। ਪਰ ਆਨੰਦ ਪੀ ਸੀਤਲ ਛਾਤੀ। ਤਾਂ ਕਹਿਣ ਲੱਗੇ, ਮੇਰਾ ਤਾਂ ਮਨ ਤਨ ਠੰਡਾ ਹੋ ਗਿਆ ਹੈ ਪੁੱਤਰ, ਜਦੋਂ ਤੂੰ ਹੁਣ ਮੈਨੂੰ ਮਿਲਿਆ ਹੈ। ਤਜਨ ਬਦਨ ਛਬ ਸਦਲ ਬਿਲੋਕੀ। ਕਹਿਣ ਲੱਗੇ, ਹੈ ਪੁੱਤਰ, ਹਾਂਜੀ ਦੁਆਰੇ ਪੜਿਓ। ਹਾਂਜੀ। ਤਜਨ ਬਦਨ ਛਬ ਸਦਨ ਬਿਲੋਕੀ। ਤਾਂ ਬਹੁਤ ਮਾਤਾ ਤ੍ਰਿਪਤਾ ਜੀ ਪ੍ਰੇਮ ਕਰਦੀ ਹੈ। ਫਿਰ ਆਪਣੇ ਪੁੱਤਰ ਦਾ ਦੋਏ ਹੱਥਾਂ ਦੇ ਵਿੱਚ ਮੂੰਹ ਲੈ ਕੇ ਇਸ ਤਰ੍ਹਾਂ ਮੱਥੇ ਤੇ ਹੱਥ ਫੇਰਦੀ ਹੈ, ਪ੍ਰੇਮ ਕਰਦੀ ਹੈ। ਕਦੇ ਠੋਡੀ ਨੂੰ ਹੱਥ ਲਾਉਂਦੀ ਹੈ, ਜਿਵੇਂ ਛੋਟੇ ਬੱਚੇ ਨੂੰ ਮਾਤਾ ਲਾਡ ਲਡਾਉਂਦੀ ਹੁੰਦੀ ਹੈ। ਮਾਂ ਤਾਂ ਮਾਂ ਹੀ ਹੁੰਦੀ ਹੈ, ਪੁੱਤਰ ਚਾਹੇ ਜਿੰਨੀ ਮਰਜ਼ੀ ਉਮਰ ਦਾ ਹੋ ਜਾਏ, ਪਰ ਮਾਂ ਵਾਸਤੇ ਤਾਂ ਉਹ ਬੱਚਾ ਹੀ ਰਹਿੰਦਾ ਹੈ। ਸੋ ਇਸ ਪ੍ਰਕਾਰ ਮਾਂ ਦੀ ਮਮਤਾ ਹੀ ਐਸੀ ਹੁੰਦੀ ਹੈ। ਹੁਣ ਮਾਤਾ ਤ੍ਰਿਪਤਾ ਜੀ ਵੀ ਇਸੇ ਪ੍ਰਕਾਰ ਬੜੇ ਲਾਡ ਲੜਾ ਰਹੀ ਹੈ, ਆਪਣੇ ਪੁੱਤਰ ਦਾ ਸੁੰਦਰ ਮੁਖੜੇ ਨੂੰ ਨਿਹਾਰਦੀ ਹੈ, ਫਿਰ ਖੁਸ਼ ਹੁੰਦੀ ਹੈ, ਰੋਣ ਲੱਗ ਜਾਂਦੀ ਹੈ। ਇਸ ਤਰ੍ਹਾਂ ਬਹੁਤ ਪ੍ਰੇਮ ਜਤਾ ਰਹੀ ਹੈ ਮਾਤਾ ਤ੍ਰਿਪਤਾ ਜੀ। ਉਤਸ਼ਵ ਸਮੈ ਜਾਣ ਅਸਰੋਕੀ। ਤਾਂ ਕਹਿਣ ਲੱਗੇ, ਮਾਤਾ ਤ੍ਰਿਪਤਾ ਜੀ ਨੇ ਆਪਣੇ ਆਪ ਨੂੰ ਸੰਭਾਲਿਆ। ਮਨ ਤਾਂ ਬੜਾ ਦੁਖੀ ਹੈ, ਭਰਿਆ ਹੋਇਆ ਮਾਤਾ ਤ੍ਰਿਪਤਾ ਜੀ ਦਾ ਪੁੱਤਰ ਦੇ ਵਿਜੋਗ 'ਚ। ਹੁਣ ਮਾਤਾ ਤ੍ਰਿਪਤਾ ਜੀ ਸੋਚਦੇ ਨੇ ਵੀ ਖੁਸ਼ੀਆਂ ਦਾ ਮਾਹੌਲ ਹੈ, ਪੁੱਤਰ ਦੀ ਸਗਾਈ ਦਾ ਟਾਈਮ ਹੈ, ਸਾਰੇ ਪਾਸੇ
ਗੀਤ ਗਾਏ ਜਾ ਰਹੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਇਸ ਕਰਕੇ ਮਾਤਾ ਤ੍ਰਿਪਤਾ ਜੀ ਨੇ ਆਪਣਾ ਗਮ ਜੋ ਵਿਛੋੜੇ ਦੇ ਅੰਦਰ ਹੀ ਲਕੋ ਲਿਆ। ਇਸ ਤਰ੍ਹਾਂ ਕਹਿੰਦੇ ਨੇ, ਉਤਸਵ ਸਮੇਂ ਜਾਨ ਅਸ ਰੋਕੀ, ਆਪਣੇ ਅੰਜੂਆਂ ਨੂੰ ਰੋਕ ਲਿਆ ਮਾਤਾ ਤ੍ਰਿਪਤਾ ਜੀ ਨੇ। ਚੰਗਾ ਮਹੂਰਤ ਜਾਣ ਕੇ ਵੀ ਹੁਣ ਸਗਾਈ ਦਾ ਟਾਈਮ ਹੈ, ਖੁਸ਼ੀਆਂ ਦਾ ਮਾਹੌਲ ਹੈ। ਸਿਆਣੇ ਦੇ ਪੁਰਸ਼ ਦੇ ਵਿੱਚ ਗੁਣ ਹੁੰਦੇ ਨੇ, ਉਹ ਵਕਤ ਵਿਚਾਰ ਲੈਂਦੇ ਹੁੰਦੇ ਨੇ। ਕਈ ਤਾਂ ਐਸੇ ਵਿਚਾਰੇ ਅਣਜਾਣ ਹੁੰਦੇ ਨੇ, ਇਹ ਨਹੀਂ ਪਤਾ ਕਿਹੜੇ ਸਮੇਂ ਕਿਹੜੀ ਗੱਲ ਕਰਨੀ ਹੈ। ਖੁਸ਼ੀ ਦੇ ਸਮੇਂ ਦੇ ਵਿੱਚ ਵੀ ਉਹ ਬਸ ਉਹ ਆਪਣੇ ਰੋਣੇ ਜੇ ਰੋਈ ਜਾਂਦੇ ਹੁੰਦੇ ਨੇ, ਤੇ ਕਈ ਵਿਚਾਰੇ ਸੋਗ ਤੇ ਬੈਠੇ ਵੀ ਉਹ ਦੰਦ ਪਾੜੀ ਜਾਂਦੇ ਨੇ। ਉਹਨਾਂ ਨੂੰ ਪਤਾ ਨਹੀਂ ਹੁੰਦਾ ਸਮਾਜਿਕ ਤੌਰ ਤੇ ਰਹਿਣਾ, ਇਹ ਵੀ ਇੱਕ ਜਾਚ ਸਿੱਖਣੀ ਪੈਂਦੀ ਹੈ ਸਮਾਜ ਵਿੱਚ ਰਹਿਣ ਦੀ। ਸੋ ਸਿਆਣੇ ਤਾਂ ਸਿਆਣੇ ਹੀ ਹੁੰਦੇ ਨੇ। ਮਾਤਾ ਤ੍ਰਿਪਤਾ ਜੀ ਨੇ ਸਿਆਣਪ ਵਰਤਦਿਆਂ ਹੋਇਆ ਦੇਖਿਆ ਵੀ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੁੰਦਾ ਹੈ। ਬਜ਼ੁਰਗਾਂ ਦੇ ਜਿਹੜੇ ਹਿਰਦੇ ਹੁੰਦੇ ਨੇ ਨਾ, ਉਹ ਦਰਿਆਵਾਂ ਵਰਗੇ ਹੁੰਦੇ ਨੇ, ਵੱਡੇ ਸਮੁੰਦਰਾਂ ਵਰਗੇ ਹਿਰਦੇ ਹੁੰਦੇ ਨੇ। ਉਹ ਬਹੁਤ ਕੁਝ ਆਪਣੇ ਅੰਦਰੇ ਲਕੋ ਲੈਂਦੇ ਨੇ। ਬਹੁਤ ਉਤਰਾ ਚੜਾਅ ਵਾਲਾ ਸਮਾਂ ਆਪਣੇ ਅੰਦਰ ਲਕੋ ਕੇ, ਬੜਾ ਸਾਰੀ ਜ਼ਿੰਦਗੀ ਦਾ ਤਜਰਬਾ ਹੁੰਦਾ ਬਜ਼ੁਰਗਾਂ ਦਾ। ਬਹੁਤ ਤੱਤੇ ਠੰਡੇ ਸਮਿਆਂ ਦੇ ਵਿੱਚ ਉਹਨਾਂ ਨੇ ਆਪਣੇ ਉੱਪਰ ਗੁਜ਼ਾਰੇ ਹੁੰਦੇ ਨੇ। ਜੜ ਸ਼ਕਤੀ ਉਹਨਾਂ 'ਚ ਆ ਜਾਂਦੀ ਹੈ ਹਿਰਦੇ ਦੇ ਵਿੱਚ, ਕਿਉਂਕਿ ਜੀਵਨ ਇੱਕ ਸੰਘਰਸ਼ ਹੈ। ਸ਼ੁਰੂ ਤੋਂ ਜਿੱਦਾਂ ਹੋਸ਼ ਸੰਭਾਲਦਾ ਉਹ ਵਿਚਾਰਾ ਉਹਦੀ ਸੰਘਰਸ਼ 'ਚ ਲੱਗ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਮਾਤਾ ਤ੍ਰਿਪਤਾ ਜੀ, ਇੱਕੋ ਇੱਕ ਪੁੱਤਰ ਹੈ, ਉਹ ਵੀ ਦੂਰ ਰਹਿੰਦਾ ਹੈ, ਤਾਂ ਮਾਂ ਹੀ ਜਾਣ ਸਕਦੀ ਹੈ ਮਾਂ ਦੇ ਹਿਰਦਿਆਂ ਦੀ। ਸੋ ਇਸੇ ਪ੍ਰਕਾਰ ਮਾਤਾ ਤ੍ਰਿਪਤਾ ਜੀ ਨੇ ਆਪਣੇ ਅੰਜੂ ਅੰਦਰ ਸਮੋ ਲਏ, ਲਕੋ ਲਏ। ਹਾਂਜੀ, ਦੇਵ ਪ੍ਰਭਾਵ ਹੈ ਕੀਨ ਬਿਯੋਗਨ। ਹੁਣ ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਯੋਗ ਨੇ ਵਿਜੋਗਣ ਬਣਾ ਦਿੱਤਾ ਸੀ ਮਾਤਾ ਤ੍ਰਿਪਤਾ ਜੀ ਨੂੰ। ਪੁੱਤਰਾਂ ਦੇ ਵਿਛੋੜੇ ਬੜੇ ਮਾਮਾ ਤੋਂ ਅਸਹਿ ਚੀਜ਼ ਹੁੰਦੀ ਹੈ, ਇਹ ਝੱਲੇ ਨਾ ਜਾਣ ਵਾਲੇ ਹੁੰਦੇ ਨੇ। ਹਾਂਜੀ, ਨਹਿ ਮੁਝ ਸੁਖ ਦੀਏ ਸੁਤ ਸੰਜੋਗਨ। ਮਾਤਾ ਤ੍ਰਿਪਤਾ ਜੀ ਆਪਣੇ ਮਨ ਵਿੱਚ ਸੋਚਦੀ ਹੈ ਵੀ ਮੈਂ ਪੁੱਤਰ, ਮੇਰੇ ਕੋਲ ਇੱਕ ਪੁੱਤਰ ਹੈ, ਤੇ ਮੈਂ ਪੁੱਤਰ ਨੂੰ ਆਪਣੇ ਮਨ ਮਰਜ਼ੀ ਦਾ ਖਵਾ ਨਹੀਂ ਸਕਦੀ, ਮਨ ਮਰਜ਼ੀ ਦਾ ਪਵਾ ਨਹੀਂ ਸਕਦੀ। ਮੈਂ ਆਪਣੇ ਪੁੱਤਰ ਦੇ ਨਾਲ ਚਾਅ ਲਾੜ ਨਹੀਂ ਕਰ ਸਕਦੀ। ਚਾਅ ਲਾੜ ਕਿਵੇਂ ਕਰੇ? ਮਾਤਾ ਤ੍ਰਿਪਤਾ ਜੀ ਰਾਏ ਭੋਏ ਕੀ ਤਲਵੰਡੀ ਵਿੱਚ ਹਨ, ਨਨਕਾਣਾ ਸਾਹਿਬ। ਇੱਕੋ ਇੱਕ ਪੁੱਤਰ ਹੈ, ਉਹ ਸੁਲਤਾਨਪੁਰ ਦੇ ਵਿੱਚ ਰਹਿ ਰਿਹਾ ਹੈ। ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਹਰ ਵੇਲੇ ਯਾਦ ਕਰਦੇ ਰਹਿੰਦੇ ਨੇ, ਮਹਿਸੂਸ ਕਰਦੇ ਨੇ ਉਹਨਾਂ ਦੀ ਘਾਟ ਆਪਣੇ ਜੀਵਨ 'ਚ, ਆਪਣੇ ਪੁੱਤਰ ਦੀ। ਤਾਂ ਭਾਈ ਬਾਲਾ ਜੀ ਇਹ ਗੱਲ ਸਾਖੀ ਦੇ ਵਿੱਚ ਸੁਣਾ ਰਹੇ ਨੇ। ਹਾਂਜੀ, ਤਦ ਪਲਖੋ ਮੈਂ ਨਿਜ ਵਡ ਭਾਗੀ। ਕਹਿਣ ਲੱਗੇ ਮੈਂ ਆਪਣੇ ਆਪ ਨੂੰ ਹੁਣ ਵੱਡੇ ਭਾਗਾਂ ਵਾਲੀ ਸਮਝਦੀਆਂ ਕਿ ਮੈਂ ਆਪਣੇ ਪੁੱਤਰ ਦੇ ਕਾਰਜ ਹੁਣ ਆਪਣੇ ਹੱਥੀਂ ਕਰ ਲਵਾਂਗੀ। ਬੜੇ ਖੁਸ਼, ਆਪਣੇ ਆਪ ਨੂੰ ਖੁਸ਼ ਵੀ ਸਮਝਦੀ ਹੈ ਮਾਤਾ ਤ੍ਰਿਪਤਾ ਜੀ। ਸੁਤ ਉਤ ਸ਼ਵ ਅਬ ਦੇਖਣ ਲਾਗੀ। ਕਿ ਮੈਂ ਆਪਣੇ ਅੱਖੀਂ ਆਪਣੇ ਪੁੱਤਰ ਦੀ ਸਗਾਈ ਦਾ ਇਹ ਸ਼ੁਭ ਮਹੂਰਤ ਦੇਖਣ ਲੱਗੀ ਹਾਂ। ਨਹੀਂ, ਪਹਿਲਾਂ ਤਾਂ ਇਹ ਵੀ ਫਿਕਰ ਪਿਆ ਸੀ ਵੀ ਕਿਤੇ ਸਾਧੂ ਹੀ ਨਾ ਬਣ ਜਾਣ। ਹਰ ਵੇਲੇ ਉਦਾਸ ਰਹਿੰਦੇ ਨੇ, ਕਿਤੇ ਘਰ-ਬਾਰ ਨਾ ਛੱਡ ਕੇ ਚਲੇ ਜਾਣ। ਖਬਨੀ ਇੱਕੋ ਇੱਕ ਪੁੱਤਰ ਹੈ, ਖਬਨੀ ਵਿਆਹ ਦੀਆਂ ਰਸਮਾਂ ਕਰਨ ਦਾ ਮੌਕਾ ਮਿਲੇ ਨਾ ਮਿਲੇ, ਇਹ ਵੀ ਬੜਾ ਡਰ ਬਣਿਆ ਸੀ ਮਹਿਤਾ ਕਾਲੂ ਜੀ ਦੇ ਹਿਰਦੇ ਵਿੱਚ ਤੇ ਮਾਤਾ ਤ੍ਰਿਪਤਾ ਜੀ ਦੇ ਹਿਰਦੇ ਵਿੱਚ। ਹਰ ਵੇਲੇ ਸਾਧੂ ਸੰਤਾਂ ਫਕੀਰਾਂ ਦੇ ਨਾਲ ਲੱਗੇ ਰਹਿੰਦੇ ਨੇ, ਗੱਲਬਾਤ ਕਰਦੇ ਨੇ, ਖੁਸ਼ ਹੁੰਦੇ ਨੇ, ਦੁਨੀਆ ਵੀ ਕੋਈ ਖਬਰ ਨਹੀਂ ਰੱਖਦੇ। ਇਸ ਗੱਲ ਨੂੰ ਮਨ ਵਿੱਚ ਚੇਤੇ ਕਰਕੇ ਮਾਤਾ ਤ੍ਰਿਪਤਾ ਜੀ ਬੜੇ ਖੁਸ਼ ਹੁੰਦੇ ਹਨ। ਹਾਂਜੀ, ਬਾਰ ਬਾਰ ਜਾਵਹਿ ਬਲਿਹਾਰੀ। ਤਾਂ ਇਸ ਪ੍ਰਕਾਰ ਦੁਆਰੇ ਪੜੋ, ਉੱਚੀ ਪੜੋ। ਹਾਂ, ਬਾਰ ਬਾਰ ਜਾਵਹਿ ਬਲਿਹਾਰੀ। ਆਪਣੇ ਪੁੱਤਰ ਤੋਂ ਬਾਰ-ਬਾਰ ਮਾਤਾ ਤ੍ਰਿਪਤਾ ਜੀ ਬਲਿਹਾਰੇ ਜਾਂਦੇ ਹਨ। ਤ੍ਰਿਪਦ ਨ ਪਿਖ ਸੁਤ ਮੂਰਤ ਚਾਰੀ। ਤੇ ਆਪਣੇ ਪੁੱਤਰ ਦੇ ਚਿਹਰੇ ਵੱਲ ਮਾਤਾ ਤ੍ਰਿਪਤਾ ਜੀ ਬਾਰ-ਬਾਰ ਦੇਖੀ ਜਾਂਦੇ ਹਨ। ਸ੍ਰੀ ਨਾਨਕ ਪੁਨ ਉਠ ਸੁਖ ਦਾਤਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੁੱਖਾਂ ਦੇ ਦਾਤਿਆਂ ਨੇ। ਜਾਏ ਕਰੀ ਬੰਧਨ ਪਿਤ ਭਰਾਤਾ। ਹੁਣ ਆਪਣੇ ਪਿਤਾ ਦੇ ਭਰਾਤਾ ਕੌਣ? ਲਾਲੂ ਜੀ ਨੂੰ। ਮਹਿਤਾ ਕਾਲੂ ਜੀ ਦੇ ਭਰਾ ਸਨ ਲਾਲੂ ਜੀ।
ਉਹਨਾਂ ਨੂੰ ਜਾ ਕੇ ਮੱਥਾ ਟੇਕਿਆ। ਹਿਤ ਸੋ ਲਾਲੂ ਭਰ ਕਰ ਅੰਕਾ। ਹੁਣ ਬੜੇ ਪਿਆਰ ਦੇ ਨਾਲ ਚਾਚਾ ਲਾਲੂ ਜੀ ਨੇ ਗਲਵਕੜੀ ਦੇ ਵਿੱਚ ਲਿਆ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ। ਹਰਕਤ ਪੇਖਤ ਬਦਨ ਮਯੰਕਾ। ਇਸ ਪ੍ਰਕਾਰ ਆਪਣੀ ਗਲਵਕੜੀ ਵਿੱਚ ਲੈ ਕੇ ਬੜੇ ਖੁਸ਼ ਹੋਏ, ਔਰ ਖੁਸ਼ ਹੁੰਦੇ ਨੇ ਗਲਵਕੜੀ ਵਿੱਚ ਲੈ ਕੇ ਆਪਣੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਕਹਿਣ ਲੱਗੇ, ਚਾਚਾ ਲਾਲੂ ਜੀ ਕੰਠ ਲਗਾਏ ਰਹਿਓ ਸੁਖ ਪਾਈ। ਬਹੁਤ ਗਲਵਕੜੀ ਛੱਡਦੇ ਨਹੀਂ, ਜਿਵੇਂ ਪਿਆਰ ਦੇ ਵਿੱਚ ਬੱਚੇ ਨੂੰ ਘੁੱਟ ਕੇ ਜੱਫੀ ਪਾ ਲਈਦੀ ਹੈ, ਇਸ ਪ੍ਰਕਾਰ ਚਾਚਾ ਲਾਲੂ ਜੀ ਨੇ ਆਪਣੇ ਭਤੀਜੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਸ ਪ੍ਰਕਾਰ ਕੁੱਟ ਕੇ ਜੱਫੀ ਪਾਈ ਹੈ। ਜਿਉ ਕਿਰਪਣ ਤਨ ਤਜ ਨ ਸਕਾਈ। ਇਸ ਤਰ੍ਹਾਂ ਕਹਿਣ ਲੱਗੇ ਜਿਵੇਂ ਕੰਜੂਸ ਆਦਮੀ ਨੂੰ ਧਨ ਦੀ ਥੈਲੀ ਪ੍ਰਾਪਤ ਹੋ ਜੇ ਤੇ ਛੱਡਦਾ ਨਹੀਂ ਕਿਸੇ ਵੀ ਹਾਲਤ ਦੇ ਵਿੱਚ, ਇਸ ਤਰ੍ਹਾਂ ਉਪਮਾ ਕਰਦੇ ਨੇ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਾਚਾ ਜੀ ਪ੍ਰੇਮ ਦੀ ਮੂਰਤ ਲਾਲੂ ਜੀ, ਤੇ ਉਹਨਾਂ ਨੇ ਕੁੱਟ ਕੇ ਜੱਫੀ ਪਾਈ ਹੈ। ਜਨਮਿਓ ਹਮ ਕਰ ਸੁਖ ਸੁਖਦਾਈ। ਇਸ ਤਰ੍ਹਾਂ ਕਿ ਆਪਣੇ ਮੁਖ ਤੋਂ ਕਹਿਣ ਲੱਗੇ ਸਾਡੇ ਘਰ ਦੇ ਵਿੱਚ ਬੜਾ ਸੁੱਖਾਂ ਨੂੰ ਦੇਣ ਵਾਲਾ ਬਾਲਕ ਨੇ ਜਨਮ ਲਿਆ, ਬੜੀ ਸਾਰੇ ਪਾਸੇ ਸ਼ੋਭਾ ਹੋ ਰਹੀ ਹੈ, ਦੇਸਾਂ ਵਿਦੇਸਾਂ ਦੇ ਵਿੱਚ ਬੜਾ ਪੁੰਨਦਾਨ ਕਰਦਾ ਹੈ, ਵੱਡਾ ਨਾਮ ਕਮਾਉਂਦਾ ਹੈ, ਸਾਰਿਆਂ ਤੋਂ ਸੀਸ ਲੈਂਦਾ ਹੈ। ਕੋਈ ਸਾਡੇ ਮੇਰੇ ਭਤੀਜੇ ਦੇ ਵਿੱਚ ਔਗਣ ਨਹੀਂ ਹੈ, ਸਾਧੂ ਸੁਭਾਅ ਹੈ, ਇਸ ਤਰ੍ਹਾਂ ਬਹੁਤ ਵਡਿਆਈ ਕਰਦਾ ਹੈ। ਨਿਰਮਲ ਕਿੰਨੇ ਕੁਲ ਇਹ ਜਾਈ। ਹਾਂ, ਜਦੇ ਇਹ ਸਾਡੀ ਕੁਲ ਦੇ ਵਿੱਚ ਆਏ ਨੇ, ਮਾਨੋ ਸਾਡੀ ਤਾਂ ਕੁਲ ਹੀ ਨਿਰਮਲ ਹੋ ਗਈ, ਸਾਡੀ ਕੁਲ ਸੁੱਚੀ ਔਰ ਪਵਿੱਤਰ ਹੋ ਗਈ। ਸਾਰੇ ਕਹਿੰਦੇ ਨੇ ਭਾਈ ਧੰਨ ਮਹਿਤਾ ਕਾਲੂ ਜੀ, ਧੰਨ ਉਹਨਾਂ ਦਾ ਪੁੱਤਰ, ਧੰਨ ਬੇਦੀਆਂ ਕੀ ਕੁਲ, ਜਿਹਦੇ ਵਿੱਚ ਐਸੇ ਬਾਲਕ ਨੇ ਜਨਮ ਲਿਆ ਜੋ ਗਰੀਬਾਂ ਦੀ ਪੁਕਾਰ ਸੁਣਦਾ ਹੈ, ਦੁਖੀਆਂ ਦੇ ਦਰਦ ਦੂਰ ਕਰਦਾ ਹੈ, ਨੰਗਿਆਂ ਦੇ ਪਰਦੇ ਕੱਜਦਾ ਹੈ, ਭੁੱਖਿਆਂ ਨੂੰ ਰੋਟੀ ਦਿੰਦਾ ਹੈ। ਐਸਾ ਮਹਾਤਮਾ, ਐਸਾ ਦਿਆਲੂ, ਐਸਾ ਪਰਉਪਕਾਰੀ, ਕਹਿਣ ਲੱਗੇ ਬੇਦੀਆਂ ਦੀ ਕੁਲ ਦੇ ਵਿੱਚ ਪੈਦਾ ਹੋਏ ਹਨ, ਸਾਰੀ ਕੁਲ ਭਾਈ ਧੰਨ ਹੈ। ਇਸ ਤਰ੍ਹਾਂ ਸੁਣ ਸੁਣ ਕੇ ਮਹਿਤਾ ਕਾਲੂ ਜੀ ਦੇ ਭਰਾ ਲਾਲੂ ਜੀ ਬੜੇ ਖੁਸ਼ ਹੋ ਰਹੇ ਨੇ, ਅਰ ਵਰ ਦੇ ਰਹੇ ਹਨ, ਸੀਸਾਂ ਦੇ ਰਹੇ ਹਨ। ਅਗਰਜ ਕੀ ਪਰਮੇਸ਼ਰ ਜਾਣੈ। ਕਹਿਣ ਲੱਗੇ ਅੱਗੇ ਤਾਂ ਪਤਾ ਨਹੀਂ ਕੀ ਹੋਣਾ ਹੈ, ਪਰ ਹੁਣ ਸਾਡਾ ਦਿਲ ਬੜਾ ਰਾਜੀ ਹੈ। ਇਸ ਤਰ੍ਹਾਂ ਚਾਚਾ ਜੀ ਨੇ ਸੀਸ ਦਿੱਤੀ। ਕਰਹੀ ਲਾਲੂ ਬਚਨ ਬਖਾਨੈ। ਇਸ ਪ੍ਰਕਾਰ ਬੜੇ ਪਿਆਰ ਦੇ ਨਾਲ ਚਾਚਾ ਲਾਲੂ ਜੀ ਬਚਨ ਕਹਿ ਰਹੇ ਹਨ। ਪੁਨ ਉਠ ਸ੍ਰੀ ਨਾਨਕ ਦੁਖ ਕੰਦਨ। ਦੁੱਖਾਂ ਨੂੰ ਦੂਰ ਕਰਨ ਵਾਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਏ ਕਰੀ ਨਾਨੇ ਪਦ ਬੰਦਨ। ਫਿਰ ਆਪਣੇ ਨਾਨਾ ਜੀ ਰਾਮਾ ਜੀ, ਨਾਨੇ ਜੀ ਦਾ ਨਾਂ ਸੀ ਰਾਮਾ ਜੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਰੀ ਵਾਰੀ ਹੁਣ ਆਪਣੇ ਪਰਿਵਾਰ ਨੂੰ ਮਿਲ ਰਹੇ ਨੇ। ਪਹਿਲਾਂ ਪਿਤਾ ਜੀ ਨੂੰ ਮਿਲੇ, ਮਾਤਾ ਜੀ ਨੂੰ ਮਿਲੇ, ਉਸ ਤੋਂ ਮਗਰੋਂ ਚਾਚਾ ਜੀ ਨੂੰ ਮਿਲੇ, ਹੁਣ ਅਗਲੀ ਵਾਰੀ ਆਈ ਹੈ ਨਾਨਾ ਜੀ ਦੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪਣੇ ਨਾਨਾ ਰਾਮਾ ਜੀ ਨੂੰ ਜਾ ਕੇ ਮਿਲੇ ਹਨ। ਪਕਰ ਪੂਜਾ ਨਿਜ ਕੰਠ ਲਗਾਇਓ। ਨਾਨਾ ਜੀ ਨੇ ਆਪਣੇ ਦੋਤੇ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਆਪਣੀ ਗਲਵਕੜੀ ਦੇ ਵਿੱਚ ਲਿਆ ਹੈ। ਆਨੰਦ ਨਿਰਲੋਚਨ ਮਹਿ ਛਾਇਓ। ਬਹੁਤ ਪ੍ਰੇਮ ਕਰਦੇ ਨੇ, ਸਿਰ ਪੜੋਸਦੇ ਨੇ, ਮੱਥਾ ਚੁੰਮਦੇ ਨੇ, ਬੜਾ ਪਿਆਰ ਜਤਾ ਰਹੇ ਨੇ ਨਾਨਾ ਜੀ। ਇਸ ਪ੍ਰਕਾਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੂਰਤ ਤੋਂ ਬਲਿਹਾਰ ਬਲਿਹਾਰ ਜਾ ਰਹੇ ਨੇ, ਬੜੇ ਖੁਸ਼ ਹੁੰਦੇ ਨੇ। ਹਾਂਜੀ, ਪੀਖਤ ਨਾ ਕੋ ਜਾਚਕ ਤੇ ਠੋਰੈ। ਤਾਂ ਕਹਿਣ ਲੱਗੇ ਹੁਣ ਗਲਵਕੜੀ ਦੇ ਵਿੱਚੋਂ ਨਹੀਂ ਛੱਡਦੇ, ਗਲਵਕੜੀ ਦੇ ਵਿੱਚੋਂ ਨਹੀਂ ਛੱਡਦੇ ਤੇ ਬੜਾ ਪ੍ਰੇਮ ਕਰਦੇ ਨੇ। ਪਹਿਲਾਂ ਬਜ਼ੁਰਗਾਂ ਦਾ ਇਸ ਤਰ੍ਹਾਂ ਸੁਭਾਅ ਹੁੰਦਾ। ਫਿਰ ਹੁਣ ਭਾਈ ਬਾਲਾ ਜੀ ਦੱਸਦੇ ਨੇ ਨਾ ਛੱਡਣ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਦੇਖਿਆ ਵੀ ਪਹਿਲਾਂ ਮੈਂ ਆਪਣੇ ਦੋਤੇ ਦੇ ਉੱਪਰ ਦੀ ਪੈਸੇ ਵਾਰ ਕੇ ਨਾ, ਜਦੋਂ ਤੱਕ ਕਿਸੇ ਗਰੀਬ ਨੂੰ ਨਹੀਂ ਦਿੰਦਾ ਉਦੋਂ ਤੱਕ ਮੈਂ ਇਹਨੂੰ ਆਪਣੀ ਗਲਵਕੜੀ ਦੇ ਵਿੱਚੋਂ ਨਹੀਂ ਛੱਡਣਾ। ਇਸ ਤਰ੍ਹਾਂ ਕਰਕੇ ਨਾਲੇ ਤਾਂ ਗਲਵਕੜੀ ਦੇ ਵਿੱਚ ਰੱਖਿਆ ਲੈ ਕੇ, ਤੇ ਨਾਲੇ ਆਲੇ ਦੁਆਲੇ ਦੇਖੀ ਜਾਂਦੇ ਨੇ ਵੀ ਕੋਈ ਮੰਗਤਾ, ਕੋਈ ਭਿਖਾਰੀ ਹੋਵੇ ਜਿਹਨੂੰ ਮੈਂ ਇਹਨਾਂ ਦੇ ਸਿਰ ਦੇ ਉੱਪਰੋਂ ਵਾਰ ਕੇ ਮੈਂ ਪੈਸੇ ਦੇਵਾਂ। ਤਾਂ ਇਸ ਪ੍ਰਕਾਰ ਨਾਨਾ ਜੀ
ਉਹਨਾਂ ਨੂੰ ਆਪਣੀ ਗਲਵੱਕੜੀ ਵਿੱਚੋਂ ਨਹੀਂ ਛੱਡ ਰਹੇ। ਦੋਹਿਤ ਕੋ ਨਾ ਅੰਕ ਤੇ ਛੋਰੈ, ਆਪਣੇ ਦੋਤੇ ਨੂੰ ਗਲਵੱਕੜੀ ਵਿੱਚੋਂ ਨਹੀਂ ਛੱਡ ਰਹੇ ਨਾਨਾ ਜੀ। ਨਾਨੀ ਨਾਨਕ ਨਾਮ ਪਿਰਾਈ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਨਾਨੀ ਦਾ ਨਾਮ ਸੀ ਭਿਰਾਈ, ਤੇ ਇਹ ਨਾਨੀ ਭਿਰਾਈ ਜੀ ਕਹਿਣ ਲੱਗੇ ਕਿ ਹੁਣ ਤੁਸੀਂ ਦੋਤੇ ਨੂੰ ਛੱਡ ਵੀ ਦਿਓ, ਬਾਕੀ ਰਿਸ਼ਤੇਦਾਰਾਂ ਨੂੰ ਵੀ ਮਿਲ ਲੈਣ ਦਿਓ, ਮੈਂ ਵੀ ਆਪਣੇ ਦੋਤੇ ਨੂੰ ਪਿਆਰ ਕਰ ਲਵਾਂ, ਇਸ ਕਰਕੇ ਤੁਸੀਂ ਹੁਣ ਛੱਡੋ। ਜਦੋਂ ਨਾਨਾ ਜੀ ਨੂੰ ਇਸ ਤਰ੍ਹਾਂ ਕਿਹਾ ਤਿਨ ਆਨਨ ਤੇ ਗਿਰਾ ਅਲਾਈ। ਤਾਂ ਫਿਰ ਜਿਹੜੇ ਮਹਾਰਾਜ ਜੀ ਦੇ ਨਾਨਾ ਜੀ ਸਨ, ਉਹਨਾਂ ਨੇ ਇਸ ਤਰ੍ਹਾਂ ਬਚਨ ਕਿਹਾ, ਇਉਂ ਲੱਗੇ ਕਹਿਣ, ਮੁਕਤੋ ਅਬ ਨਿਜ ਕਰ ਅੰਕ ਤੇ ਕਰ ਸਨੇਹ ਤੁਮ ਲੀਨ। ਤਾਂ ਕਹਿਣ ਲੱਗੇ ਮੁਕਤੋਂ ਅਬ ਨਿਜ ਅੰਕ ਤੇ ਕਰ ਸਨੇਹ ਤੁਮ ਲੀਨ। ਕਹਿਣ ਲੱਗੇ ਬੜਾ ਤੁਸੀਂ ਪਿਆਰ ਕਰ ਲਿਆ, ਹੁਣ ਛੱਡ ਵੀ ਦਿਓ, ਨਾਨਕ ਜੀ ਨੂੰ ਛੱਡ ਵੀ ਦਿਓ ਗਲਵੱਕੜੀ ਵਿੱਚੋਂ, ਬਹੁਤ ਪਿਆਰ ਕਰ ਲਿਆ, ਹੁਣ ਅਸੀਂ ਵੀ ਮਿਲ ਲਈਏ। ਇਸ ਤਰ੍ਹਾਂ ਨਾਨੀ ਭਰਾਈ ਜੀ ਲੱਗੇ ਕਹਿਣ, ਮਿਲਹਿ ਅਪਰਸੋ ਪ੍ਰੇਮ ਧਰ ਬਿਰਹਿ ਕਰਹਿ ਸਭ ਛੀਨ। ਕਹਿਣ ਲੱਗੇ ਅਸੀਂ ਵੀ ਪਿਆਰ ਜਿੱਤ ਕਰ ਲਈਏ, ਅਸੀਂ ਵੀ ਮਿਲ ਲਈਏ, ਅਸੀਂ ਵੀ ਉਡੀਕ ਦੇ ਵਿੱਚ ਖੜੇ ਹਾਂ, ਸਾਨੂੰ ਵੀ ਬੜਾ ਸਮਾਂ ਹੋ ਗਿਆ ਮਿਲੇ ਨੂੰ। ਇਸ ਤਰ੍ਹਾਂ ਲੱਗੇ ਕਹਿਣ ਪ੍ਰੇਮ ਦੇ ਵਿੱਚ ਨਾਨੀ ਜੀ। ਮੈਂ ਨਾ ਤਜੋ ਰਾਮੇ ਬਚ ਭਾਖਾ। ਤੇ ਜਿਹੜੇ ਨਾਨਾ ਜੀ ਸਨ ਰਾਮਾ ਜੀ, ਉਹਨਾਂ ਨੇ ਇਸ ਤਰ੍ਹਾਂ ਬਚਨ ਕਿਹਾ, ਮੈਂ ਨਹੀਂ ਛੱਡਦਾ ਮੇਰੇ ਦੋਤੇ ਨੂੰ, ਮੈਂ ਨਹੀਂ ਗਲਵੱਕੜੀ ਵਿੱਚੋਂ ਛੱਡਦਾ ਮੇਰੇ ਦੋਤੇ ਨੂੰ। ਇਸ ਤਰ੍ਹਾਂ ਪਿਆਰ ਦੇ ਨਾਲ ਕਿਹਾ ਰਾਮਾ ਜੀ ਨੇ। ਜਬਲੋ ਪੂਰਨ ਹਵੈ ਨਹਿ ਕਾਂਖਾ। ਜਦੋਂ ਤੱਕ ਮੈਂ ਰਸਮ ਨਹੀਂ ਪੂਰੀ ਕਰ ਦਿੰਦਾ ਮੇਰੇ ਦੋਤੇ ਦੇ ਉੱਪਰ ਦੀ ਪੈਸੇ ਵਾਰ ਕੇ ਮੈਂ ਕਿਸੇ ਗਰੀਬ ਨੂੰ ਦਾਨ ਨਾ ਕਰ ਦਵਾਂ, ਉਦੋਂ ਤੱਕ ਨਹੀਂ ਮੈਂ ਛੱਡਣਾ। ਇਸ ਤਰ੍ਹਾਂ ਰਾਮਾ ਜੀ ਨੇ ਕਿਹਾ। ਤਬਹਿ ਵਿਛੋਰੋ ਆਪਣੇ ਉਰਸੋ। ਹਾਂ ਫੇਰ ਛੱਡਾਂਗੇ, ਮੈਂ ਜਦੋਂ ਮੈਨੂੰ ਇਹਦੇ ਉੱਪਰ ਪੈਸੇ ਵਾਰ ਕੇ ਕਿਸੇ ਗਰੀਬ ਨੂੰ ਦੇ ਦੇਵਾਂਗਾ। ਸਿਰਵਾਰੋ ਤਨ ਬਹੁ ਨਿਜ ਕਰਸੋ। ਹਾਂ ਨਾਨਕ ਜੀ ਦੇ ਸਿਰ ਤੋਂ ਮੈਂ ਧਨ ਵਾਰਨਾ ਚਾਹੁੰਦਾ, ਧਨ ਵਾਰ ਕੇ ਫੇਰ ਛੱਡਾਂਗਾ। ਇਸ ਤਰ੍ਹਾਂ ਕਿਹਾ ਨਾਨਾ ਜੀ ਨੇ। ਸੁਣਤ ਪਿਰਾਈ ਬਚਨ ਅਲਾਵੈ। ਤਾਂ ਫਿਰ ਜਿਹੜੀ ਨਾਨੀ ਸੀ ਭਿਰਾਈ, ਉਹ ਫਿਰ ਆਪਣੇ ਮੁਖਾਰ ਬਿੰਦ ਤੋਂ ਇਸ ਤਰ੍ਹਾਂ ਬੋਲੀ, ਕਰਹੋ ਨਿਛਾਵਰ ਜੋ ਮਨ ਭਾਵੈ। ਕਹਿਣ ਲੱਗੀ ਤੁਹਾਨੂੰ ਕੌਣ ਰੋਕਦਾ, ਜਿੰਨੀ ਮਰਜ਼ੀ ਮਾਇਆ ਆਪਣੇ ਦੋਤੇ ਦੇ ਸਿਰ ਦੇ ਉੱਪਰ ਦੀ ਬਾਰੋ, ਜਿੰਨਾ ਮਰਜ਼ੀ ਪੁੰਨ ਦਾਨ ਕਰੋ, ਆਪਣੇ ਦੋਤੇ ਦੇ ਉੱਪਰ ਦੀ ਪੈਸੇ ਜਿੰਨੇ ਮਰਜ਼ੀ ਬਾਰੋ, ਤੁਹਾਨੂੰ ਕਿਹਨੇ ਰੋਕਿਆ। ਇਸ ਤਰ੍ਹਾਂ ਭਰਾਈ ਨਾਨੀ ਜੀ ਨੇ ਕਿਹਾ। ਰਾਮਾ ਕਹਿ ਕੋ ਆਏ ਨਾ ਮੰਗਣ। ਕਹਿਣ ਲੱਗੇ ਇੱਥੇ ਕੋਈ ਮੰਗਤਾ ਤਾਂ ਮੈਨੂੰ ਦਿੰਦਾ ਨਹੀਂ, ਮੈਂ ਪੈਸੇ ਕਿਹਨੂੰ ਦਵਾਂ ਬਾਰ ਕੇ, ਮੰਗਤਾ ਤਾਂ ਕੋਈ ਦਿੰਦਾ ਨਹੀਂ। ਮੰਗਤਾ ਤਾਂ ਛੱਡੇ ਨਹੀਂ ਸੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਲਤਾਨਪੁਰ ਲੋਧੀ 'ਚ, ਕੋਈ ਮੰਗਤਾ ਨਹੀਂ ਸੀ ਛੱਡਿਆ ਮਹਾਰਾਜ ਨੇ, ਕੋਈ ਸਭ ਦਾਤੇ ਬਣਾ ਦਿੱਤੇ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨ ਪੈ ਜਾਣ ਧਰਤੀ ਦੇ, ਸੁਲਤਾਨਪੁਰ ਦੀ ਲੋਧੀ ਦੇ ਉੱਥੇ ਮੰਗਤੇ ਰਹਿ ਜਾਣ, ਹੋ ਨਹੀਂ ਸਕਦਾ, ਹੋ ਨਹੀਂ ਸਕਦਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਤਾਂ ਸਾਰੀ ਧਰਤੀ ਹਰਿਆਵਲੀ ਹੋ ਜਾਂਦੀ ਹੈ, ਉੱਥੇ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਸੇ ਪ੍ਰਕਾਰ ਕੋਈ ਘਾਟਾ ਨਹੀਂ ਰਹਿੰਦਾ ਕਿਸੇ ਚੀਜ਼ ਦਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੰਡ ਭੰਡਾਰੇ ਸਾਰਿਆਂ ਨੂੰ ਰੋਜੀ ਰੋਟੀ ਜੋਗਾ ਕਰਤਾ ਸੀ। ਗਰੀਬਾਂ ਦੇ ਕਰਜ਼ੇ ਲਾ ਮਹਾਰਾਜ ਜੀ ਨੇ ਕਿਹਾ ਦੁਕਾਨਦਾਰੀ ਚਲਾਓ ਇਮਾਨਦਾਰੀ ਦੇ ਨਾਲ, ਪਿਛਲਾ ਕਰਜ਼ਾ ਚੁਕਤਾ ਕਰ ਲਓ, ਸਾਡੇ ਕੋਲੋਂ ਪੈਸੇ ਲੈ ਲਓ, ਅੱਗੇ ਨੂੰ ਸਮਾਨ ਪਾਓ, ਖਰਚਾ ਆਪਣਾ ਘਟਾਓ, ਇਮਾਨਦਾਰੀ ਰੱਖੋ। ਇਸ ਤਰ੍ਹਾਂ ਕਰਕੇ ਕੋਈ ਨਾ ਕੋਈ ਕੰਮ ਜੋ ਵੀ ਗਰੀਬ ਹੱਥ ਅੜਦਾ ਉਹਨੂੰ ਪੈਸੇ ਦੇ ਦਿੰਦੇ। ਇਹ ਉਹਨੇ ਵੀ ਤੂੰ ਅੱਜ ਖਾ ਲੈ, ਕੱਲ ਨੂੰ ਮਹਾਰਾਜ ਕਹਿੰਦੇ ਭਾਈ ਕੋਈ ਕੰਮ ਕਰਿਆ ਕਰ, ਆ ਮੰਗਣ ਦੀ ਛੱਡ ਦੇ, ਆ ਹੱਥ ਅੱਡਣਾ ਛੱਡ ਦੇ। ਇਸ ਚੀਜ਼ ਨੂੰ ਚੰਗਾ ਨਹੀਂ ਸੀ ਮਹਾਰਾਜ ਸਮਝਦੇ ਗੁਰੂ ਨਾਨਕ ਦੇਵ ਜੀ। ਜੇ ਹੱਥ ਅੱਡ ਕੇ ਉਹਨਾਂ ਨੇ ਘਰ ਘਰ ਮੰਗਾਣਾ ਹੁੰਦਾ ਤਾਂ ਫਿਰ ਉਹ ਆਪ ਕਰਤਾਰਪੁਰ ਸਾਹਿਬ ਦੇ ਵਿੱਚ ਲਾਟ ਦੇ ਵਿੱਚ ਖੇਤੀ ਨਾ ਕਰਕੇ ਦਿਖਾਉਂਦੇ ਸੰਗਤ ਨੂੰ, ਆਪ ਮੋਦੀ ਖਾਨੇ ਦੇ ਵਿੱਚ ਕਾਰ ਨਾ ਕਰਦੇ। ਸੋ ਇਸ ਤਰ੍ਹਾਂ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ। ਤਾਂ ਨਾਨੀ ਜੀ ਨੇ ਕਿਹਾ ਤੁਹਾਨੂੰ ਰੋਕਦਾ ਕੌਣ ਹੈ, ਤੁਸੀਂ ਪੈਸੇ ਕਿਉਂ ਨਹੀਂ ਵਾਰਦੇ। ਨਾਨਾ ਜੀ ਨੂੰ ਕਿਹਾ। ਨਾਨਾ ਜੀ ਕਹਿੰਦੇ ਇੱਥੇ ਭਿਖਾਰੀ ਕੋਈ ਨਹੀਂ, ਮੰਗਤਾ ਕੋਈ ਨਹੀਂ, ਮੈਂ ਵਾਰ ਕੇ ਪੈਸੇ ਦੇਵਾਂ ਕਿਹਨੂੰ।
ਤਾਂ ਇਸ ਪ੍ਰਕਾਰ ਦਿਓ ਨਿਛਾਵਰ ਕਰ ਕਹਿ ਆਂਗਨ, ਦਿਓ, ਜਿੰਨੇ ਪੈਸੇ ਨਿਛਾਵਰ ਕੇ ਤੁਸੀਂ ਦੇਣੇ ਹਨ। ਤਬਹਿ ਨਾਨਕੀ ਤੁਲਸਾ ਦਾਸੀ। ਤਾਂ ਜਦੋਂ ਕਿਹਾ ਵੀ ਮੰਗਤਾ ਤਾਂ ਕੋਈ ਹੈ ਨਹੀਂ, ਫੇਰ ਬੇਬੇ ਨਾਨਕੀ ਜੀ ਨੇ ਤੁਲਸਾ ਦਾਸੀ ਨੂੰ ਕਿਹਾ, ਤੁਲਸਾ ਦਾਸੀ ਜਾ ਭਾਈ ਕਹਿ ਕੇ ਆ। ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਉੱਪਰ ਦੀ ਪੈਸੇ ਵਾਰਨੇ ਨੇ, ਬੜੀ ਖੁਸ਼ੀਆਂ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਨਾ ਜੀ। ਭਾਈ ਜੇ ਕਿਸੇ ਨੂੰ ਧਨ ਦੀ ਲੋੜ ਹੈ ਤਾਂ ਆ ਜਾਣ। ਜਦੋਂ ਤੁਲਸਾ ਦਾਸੀ ਨੇ ਜਾ ਕੇ ਹੋਕਾ ਦਿੱਤਾ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਰ ਤੋਂ ਪੈਸੇ ਵਾਰ ਕੇ ਉਹਨਾਂ ਦੇ ਨਾਨਾ ਜੀ ਨਿਛਾਵਰ ਕਰਨਾ ਚਾਹੁੰਦੇ ਹਨ, ਫੇਰ ਤਾਂ ਭੀੜ ਲੱਗ ਗਈ। ਉੱਥੇ ਭੀੜ ਲੱਗ ਗਈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਨਾਂ ਦਿੱਤਾ ਵੀ ਮਹਾਰਾਜ ਜੀ ਦੀ ਮੂਰਤ ਦਾ ਬਲਿਹਾਰ ਜਾਂਦੇ ਆ, ਉਹਨਾਂ ਦੇ ਉੱਪਰ ਦੀ ਚੀਜ਼ ਵਾਰ ਕੇ ਜੇ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਇਹ ਤੋਂ ਉੱਪਰ ਦੀ ਕੀ ਹੈ। ਭੀੜ ਲੱਗ ਗਈ ਲੋਕਾਂ ਦੀ। ਫਿਰ ਇਸ ਪ੍ਰਕਾਰ ਜਦੋਂ ਤੁਲਸਾ ਦਾਸੀ ਨੇ ਜਾ ਕੇ ਕਿਹਾ ਗਠਈ ਜਾਚਕ ਆਨਹੁ ਪਾਸੀ, ਤਾਂ ਫਿਰ ਉਹਨੇ ਜਾ ਕੇ ਕਿਹਾ, ਤੁਲਸਾ ਦਾਸੀ ਨੇ ਹੋਕਾ ਦਿੱਤਾ। ਫਿਰ ਬਹੁਤ ਲੋਕ ਫਿਰ ਉਸ ਵੇਲੇ ਆ ਗਏ। ਜਬ ਜਾਚਕ ਜਾਣੇ ਤਹ ਆਏ, ਤਾਂ ਬਹੁਤ ਜਾਚਕ ਲੋਕ ਜਿਨ੍ਹਾਂ ਨੂੰ ਸ਼ਰਧਾ ਵਿਸ਼ਵਾਸ ਸੀ ਵੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੂਰਤ ਦੇ ਉੱਪਰ ਦੀ ਪੈਸੇ ਬਾਰੇ ਸਾਨੂੰ ਪ੍ਰਾਪਤ ਹੋਣਗੇ, ਸਾਡੇ ਤਾਂ ਬਰਕਤਾਂ ਪੈ ਜਾਣਗੀਆਂ, ਭੰਡਾਰੇ ਖੁੱਲ ਜਾਣਗੇ, ਰਹਿਮਤ ਹੋ ਜਾਵੇਗੀ। ਇਸ ਪ੍ਰਕਾਰ ਫਿਰ ਉਹ ਤੁਲਸਾ ਦਾਸੀ ਜਦੋਂ ਸੁਨੇਹਾ ਲਾਇਆ ਤਾਂ ਬਹੁਤ ਲੋਕੀ ਆ ਗਏ। 20 ਰੁਪਈਅਨ ਟਕੇ ਮੰਗਾਏ, ਤਾਂ ਉਸ ਵੇਲੇ ਨਾਨਾ ਜੀ ਨੇ ਉਸ ਟਾਈਮ ਤਾਂ ਟਕੇ ਦੀ ਬੜੀ ਕੀਮਤ ਸੀ। 20 ਰੁਪਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਵਪਾਰ ਕਰਨ ਵਾਸਤੇ ਭੇਜਿਆ ਸੀ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੇ ਕੇ 20 ਟਕਿਆਂ ਦੀ ਥੈਲੀ ਦੇ ਕੇ ਵਪਾਰ ਕਰਨ ਵਾਸਤੇ। ਹੁਣ ਨਾਨਾ ਜੀ ਕਿੱਡੇ ਖੁਸ਼ ਹਨ। ਨਾਨਾ ਜੀ ਨੇ 20 ਰੁਪਇਆਂ ਦੇ ਟਕੇ ਮੰਗਾਏ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿਰ ਦੇ ਉੱਪਰ ਦੀ ਵਾਰਨ ਵਾਸਤੇ। ਦਸ ਕੇ ਨਾਨੀ 500 ਮਾਮਾ, ਫੇਰ ਜਦੋਂ ਟਕੇ ਕਹਿਣ ਲੱਗੇ, ਪਹਿਲਾਂ ਤਾਂ ਨਾਨਾ ਜੀ ਨਾ ਵਾਰਨ ਲੱਗੇ 20 ਰੁਪਏ, ਫਿਰ ਬੇਬੇ ਨਾਨਕੀ ਜੀ ਲੱਗੇ ਕਹਿਣ ਕਿ ਨਾਨਾ ਜੀ ਵੀ ਇਹ ਹੁਣ ਸ਼ਰਧਾਵਾਨ ਸਾਰੇ ਤੇ ਇਹਨਾਂ ਨੂੰ ਪ੍ਰਾਪਤ ਹੋਣੇ ਚਾਹੀਦੇ ਨੇ, ਫਿਰ ਇੱਕ ਦੇ ਉੱਪਰ ਦੀ ਵਾਰੇ ਤਾਂ ਇੱਕ ਨੂੰ ਪ੍ਰਾਪਤ ਹੋਣਗੇ, ਇਸ ਕਰਕੇ ਇਹਨਾਂ ਨੂੰ ਟਕਿਆਂ ਦੇ ਵਿੱਚੋਂ ਕਰ ਲਓ। ਤਾਂ ਫਿਰ ਉਸ ਵੇਲੇ ਉਹਨਾਂ ਦੇ ਆਨੇ ਕੁਛ ਜਿਵੇਂ ਆਪਾਂ ਭਾਣ ਤੜਾਉਂਦੇ ਆ, ਇਸ ਤਰ੍ਹਾਂ ਬੇਬੇ ਨਾਨਕੀ ਜੀ ਦੀ ਜਨਮ ਸਾਖੀ ਦੇ ਵਿੱਚ ਆਉਂਦਾ ਕਹਿਣ ਤੇ ਨਾਨਾ ਜੀ ਕਹਿੰਦੇ 10 ਨਾਨਕੀ ਕਿਵੇਂ ਕਰਨਾ ਹੈ। ਤਾਂ ਫਿਰ ਬੇਬੇ ਨਾਨਕੀ ਦੇ ਕਹਿਣ ਤੇ ਨਾਨਾ ਜੀ ਨੇ ਖੁੱਲੇ ਪੈਸੇ ਕਰਾਏ, ਯਾਨੀ ਹੋਰ ਜਿਵੇਂ 5 10 ਇਸ ਤਰ੍ਹਾਂ ਹੁੰਦੀਆਂ ਸਾਰੇ ਆਨੇ, ਇਹ ਤੋਂ ਵੀ ਛੋਟੇ ਉਸ ਟਾਈਮ ਪੈਸੇ ਹੋਣੇ, ਜਿਵੇਂ 1 ਰੁਪਏ 50 ਪੈਸੇ 25 ਪੈਸੇ ਇਸ ਤਰ੍ਹਾਂ ਸਾਖੀ ਦੇ ਵਿੱਚ ਆਉਂਦਾ ਵੀ। ਫਿਰ ਉਹ ਖੁੱਲੇ ਕਰਾਏ। ਖੁੱਲੇ ਕਰਾਉਣ ਤੇ ਨਾਨਾ ਜੀ ਨੇ ਆਪਣੇ ਪਾਸੋਂ 20 ਰੁਪਏ ਦਿੱਤੇ ਖੁੱਲੇ ਕਰਾਉਣ ਵਾਸਤੇ। ਖੁਸ਼ੀ ਦੇ ਵਿੱਚ ਨਾਨੀ ਕਹਿੰਦੀ ਬਈ 10 ਦੇ ਮੇਰੇ ਲੈ ਕੇ ਆਈ। 5 ਰੁਪਏ ਮਾਮਾ ਕ੍ਰਿਸ਼ਨ ਨੇ ਦਿੱਤੇ ਵੀ 5 ਰੁਪਏ ਮੇਰੇ ਖੁੱਲੇ ਕਰਾ ਕੇ ਲੈ ਕੇ ਆਏ ਵੀ ਵਾਰਨੇ ਨੇ ਉੱਪਰ ਦੀ। ਇਸ ਪ੍ਰਕਾਰ ਇੱਥੇ ਭਾਈ ਬਾਲਾ ਜੀ ਸੁਣਾ ਰਹੇ ਨੇ, 10 ਕੇ ਨਾਨੀ 500 ਮਾਮਾ ਕਰੈ ਨਿਛਾਵਰ ਸਿਰ ਮੁਖ ਧਾਮਾ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੀਸ ਦੇ ਉੱਪਰੋਂ ਵਾਰਨ ਵਾਸਤੇ ਪੈਸੇ ਖਲਵਾਏ ਗਏ, ਜਾਣੀ ਭਾਨ ਜਿਹੜੀ ਆ ਉਹ ਇਕੱਠੀ ਕਰਵਾਈ ਗਈ ਬੇਬੇ ਨਾਨਕੀ ਜੀ ਦੇ ਕਹਿਣ ਤੇ। ਹਾਂਜੀ, ਅੰਗਣ ਮਹਿਮ ਅੰਗਣ ਸਨ ਪੂਰਾ, ਹੁਣ ਘਰ ਦੇ ਵਿੱਚ ਬੜਾ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਲੇਵਨ ਹੇਤ ਪੀਰ ਪੀ ਪੂਰਾ, ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉੱਪਰ ਦੀ ਪੈਸੇ ਬਾਰੇ ਲੈਣ ਵਾਸਤੇ ਭੀੜ ਵੀ ਹੁਣ ਵਿਹੜੇ ਵਿੱਚ ਬਹੁਤ ਲੱਗ ਗਈ। ਜਾਂ ਤਾਂ ਇੱਕ ਮੰਗਤਾ ਨਹੀਂ ਸੀ, ਜਦੋਂ ਤੁਲਸਾ ਦਾਸੀ ਨੇ ਹੋਕਾ ਦਿੱਤਾ ਤਾਂ ਫਿਰ ਵਿਹੜਾ ਭਰ ਗਿਆ। ਤਾਂ ਇਸ ਪ੍ਰਕਾਰ ਬੜਾ ਸੋਹਣਾ ਵਿਹੜਾ ਸੋਹਣਾ ਲੱਗਦਾ ਸੀ, ਭੀੜ ਨਾਲ ਭਰਿਆ ਹੋਇਆ। ਹਾਂਜੀ, ਆਣ ਦਰਬ ਕਿਸ਼ਨੇ ਪਿਤ ਪੁੱਛਾ, ਤਾਂ ਫਿਰ ਜਿਹੜਾ ਮਾਮਾ ਕ੍ਰਿਸ਼ਨਾ ਸੀ ਤੇ ਪਿਤਾ ਉਹਨਾਂ ਦੇ ਸੀ ਰਾਮਾ ਜੀ, ਭਾਵ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਨਾ ਜੀ। ਉਹਨਾਂ ਨੂੰ
ਕਹਿ ਕੇ ਹੋਰ ਧਨ ਮੰਗਵਾਇਆ ਗਿਆ। ਦਇਓ ਸਭਨ ਕੋ ਤਜਿਓ ਨਾ ਛੂਛਾ। ਤਾਂ ਫਿਰ ਨਾਨਾ ਜੀ ਨੇ ਕਿਹਾ ਵੀ ਆਪਣੇ ਪੁੱਤਰ ਕ੍ਰਿਸ਼ਨਾ ਜੀ ਨੂੰ, ਭਾਵ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਮਾ ਜੀ ਨੂੰ, ਬਈ ਕੋਈ ਖਾਲੀ ਨਹੀਂ ਜਾਣਾ ਚਾਹੀਦਾ। ਪੈਸੇ ਜਿੰਨੇ ਮਰਜੀ ਉੱਪਰ ਦੀ ਬਾਰੋ, ਪਰ ਕੋਈ ਖਾਲੀ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਖੁਸ਼ੀ ਦੇ ਵਿੱਚ ਨਾਨਾ ਜੀ ਨੇ ਖੁਸ਼ੀ ਮਨਾਈ। ਕਿਉ ਨਾਨਕੇ ਉਤਸ਼ਵ ਪੂਰੀ। ਇਸ ਪ੍ਰਕਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਗਾਈ ਵੇਲੇ ਹੀ, ਮਤਲਬ ਜਿਵੇਂ ਕਹਿ ਲਓ ਮੰਗਣਾ ਕਹਿ ਦਿੰਨੇ ਆਪਾਂ ਜਾਂ ਰੋਕਾ ਕਹਿ ਦਿੰਨੇ ਆ, ਉਹ ਮੌਕੇ ਤੇ ਹੀ ਬੜੀ ਖੁਸ਼ੀ ਮਨਾਈ ਨਾਨਕੇ ਪਰਿਵਾਰ ਵੱਲੋਂ। ਵਿਆਹੇ ਸਮਾਨ ਜੋ ਹਵੈ ਵੀ ਜ਼ਰੂਰੀ। ਤਾਂ ਇਸ ਪ੍ਰਕਾਰ ਹੋਰ ਵੀ ਜੋ ਨਾਨਕਿਆਂ ਵੱਲੋਂ ਸਮਾਨ, ਕੱਪੜਾ ਲੀੜਾ ਬੇਬੇ ਨਾਨਕੀ ਜੀ ਵਾਸਤੇ, ਹੋਰ ਸਾਜੋ ਸਮਾਨ ਹੋਰ ਵੀ ਬਹੁਤ ਕੁਝ ਲੈ ਕੇ ਆਏ। ਮਿਲ ਕੇ ਸਬਤ ਹੈ ਥਾਨ ਮਹਿ ਮਾਨਿਓ ਅਧਿਕ ਆਨੰਦ। ਉਹ ਸਾਰਿਆਂ ਨੇ ਭਾਈ ਜੈ ਰਾਮ ਜੀ ਦੇ ਘਰ ਮਿਲ ਕੇ ਬੈਠ ਕੇ ਬੜਾ ਆਨੰਦ ਮਾਣਿਆ, ਬੜੇ ਖੁਸ਼ ਹੋਏ ਸਾਰੇ। ਜਸ ਸੁੰਦਰ ਵਿਸਤ੍ਰਿਤ ਕਰ ਮਨੋ ਪ੍ਰਕਾਸ਼ਤ ਚੰਦ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਸ ਚੰਦਰਮਾ, ਜਾਨੀ ਪੂਰਨਮਾਸੀ ਦੇ ਚੰਦਰਮਾ ਵਾਂਗ ਫੈਲ ਰਿਹਾ। ਇਸ ਤਰ੍ਹਾਂ ਭਾਈ ਬਾਲਾ ਜੀ ਉਪਮਾ ਕਰਦੇ ਹਨ। ਹਾਂਜੀ, ਏਕ ਦਿਵਸਤ ਹੈ ਕੀਨ ਮਕਾਮੋ। ਇਸ ਪ੍ਰਕਾਰ ਇੱਕ ਦਿਨ ਸੁਲਤਾਨਪੁਰ ਲੋਧੀ ਦੇ ਵਿੱਚ ਸਾਰਾ ਪਰਿਵਾਰ ਰਿਹਾ। ਪੁਨ ਭਿਆਨ ਕੀਏ ਮੂਲੇ ਧਾਮੋ। ਹੁਣ ਅਗਲੇ ਦਿਨ ਨਾਨਾ ਜੀ, ਮਾਮਾ ਜੀ, ਪਿਤਾ ਜੀ, ਚਾਚਾ ਲਾਲੂ ਜੀ ਔਰ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਔਰ ਮਰਾਸੀ ਡੂਮ ਜੀ ਨੂੰ ਕਹਿੰਦੇ ਭਾਈ ਮਰਦਾਨਾ ਜੀ, ਇੱਕ ਹੋਰ 2 ਬੰਦੇ, ਯਾਨੀ ਇਸ ਪ੍ਰਕਾਰ 12 ਬੰਦੇ ਕੁੱਲ ਉੱਥੇ ਜਾਣਗੇ। ਪੱਖੋ ਕੇ ਰੰਧਾਵੇ ਮੂਲ ਚੰਦ ਖੱਤਰੀ ਦੇ ਘਰੇ, ਔਰ ਇੱਕ ਬ੍ਰਾਹਮਣ ਨੂੰ ਨਾਲ ਲੈ ਕੇ ਜਾਂਦੇ ਨੇ। ਪਹਿਲਾਂ ਜਿਵੇਂ ਰਿਸ਼ਤੇ ਨਾਤਿਆਂ ਦੇ ਵਿੱਚ ਮੂਹਰੇ ਉਹਨਾਂ ਨੂੰ ਕੀਤਾ ਜਾਂਦਾ। ਇੱਕ ਦਿਨ ਸਾਰਾ ਪਰਿਵਾਰ ਰਿਹਾ ਸੁਲਤਾਨਪੁਰ ਲੋਧੀ। ਅਗਲੀ ਸਵੇਰੇ ਤਿਆਰੀ ਕਰ ਲਈ ਸਾਰਿਆਂ ਨੇ ਜਾਣ ਦੀ, ਪੱਖੋ ਕੇ ਰੰਧਾਵੇ। ਇਸ ਪ੍ਰਕਾਰ ਭਾਈ ਬਾਲਾ ਜੀ ਸੁਣਾ ਰਹੇ ਹਨ। ਪਰਮਾਨੰਦ ਨੰਦਨ ਜੈ ਰਾਮੋ। ਹਾਂ, ਜੈ ਰਾਮ ਜੀ ਦੇ ਪਿਤਾ ਸਨ ਪਰਮਾਨੰਦ ਜੀ। ਕਰੀ ਤਿਆਰੀ ਚਲਬੇ ਕਾਮੋ। ਤਾਂ ਉਹਨਾਂ ਨੇ ਵੀ ਨਾਲ ਜਾਣ ਨੂੰ ਤਿਆਰੀ ਕਰ ਲਈ। ਰਾਮਾ ਕ੍ਰਿਸ਼ਨਾ ਕਾਲੂ ਲਾਲੂ। ਕੌਣ ਕੌਣ ਜਾਂਦੇ ਨੇ? ਰਾਮਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਾ ਜੀ ਰਾਮਾ ਜੀ, ਆਪਾਂ ਅਦਬ ਸਤਿਕਾਰ ਦੇ ਨਾਲ ਨਾਮ ਲੈਣੇ ਨੇ। ਰਾਮਾ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਨਾ ਜੀ ਹਨ। ਕ੍ਰਿਸ਼ਨਾ ਜੀ ਹਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਾਮਾ ਜੀ। ਮਹਿਤਾ ਕਾਲੂ ਜੀ ਨੇ ਔਰ ਸਤਿਕਾਰਯੋਗ ਮਹਾਰਾਜ ਜੀ ਦੇ ਚਾਚਾ ਲਾਲੂ ਜੀ ਹਨ ਨਾਲ। ਹਾਂਜੀ, ਹਰਖਤ ਉਮਰੇ ਚਲੇ ਉਤਾਲੂ। ਬੜੇ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ੀ ਦੇ ਵਿੱਚ ਪੱਖੋ ਕੇ ਰੰਧਾਵੇ ਵੱਲ ਤੁਰਨ ਦੀ ਤਿਆਰੀ ਕੀਤੀ। ਗਮਨੇ ਕਰਮ ਕਰਮ ਮਗ ਕੋ ਤਿਆਗੇ। ਹਾਂ, ਯਾਨੀ ਕਿ ਝਾਟੀ ਸਵੇਰੇ ਚੱਲਣ ਨੂੰ ਤਿਆਰ ਹੋ ਗਏ ਸਾਰੇ। ਨਿਕਟ ਜਾਏ ਪਹੁੰਚੇ ਵਡ ਭਾਗੇ। ਹੌਲੀ ਹੌਲੀ ਪੈਂਡਾ ਤੈਅ ਕਰਦੇ ਹੋਏ ਪੱਖੋ ਕੇ ਰੰਧਾਵੇ ਦੇ ਨੇੜੇ ਪਹੁੰਚ ਗਏ। ਭੇਜਿਓ ਦਿਜ ਨਿੰਦਾ ਅਗਵਾਏ। ਭੇਜਿਓ ਦਿਜ ਨਿੰਦਾ ਅਗਵਾਏ। ਜਿਹੜਾ ਨਾਲ ਪ੍ਰੋਹਤ ਪੰਡਤ ਸੀ ਨਾ ਨਾਲ, ਉਹਨੂੰ ਪਹਿਲਾਂ ਭੇਜਿਆ। ਨੇੜੇ ਪਹੁੰਚ ਗਏ, ਜਿਵੇਂ ਰੁਕ ਗਏ, ਜਾ ਕੇ ਪਹਿਲਾਂ ਪ੍ਰੋਹਤ ਨੂੰ, ਪੰਡਤ ਨੂੰ ਭੇਜਿਆ, ਜਾ ਭਾਈ ਜਾ ਕੇ ਮੂਲ ਚੰਦ ਖੱਤਰੀ ਨੂੰ ਖਬਰ ਕਰ ਦਿਓ। ਉਸ ਵੇਲੇ ਟੈਲੀਫੋਨ ਤਾਂ ਇਸ ਤਰ੍ਹਾਂ ਦਾ ਹੁੰਦਾ ਨਹੀਂ ਸੀ, ਸਾਦਾ ਜਿਹਾ ਸਮਾਂ ਸੀ, ਗੱਡਿਆਂ ਤੇ ਜਾਂਦੇ ਹੁੰਦੇ। ਜਾ ਕੇ ਪੱਖੋ ਕੇ ਰੰਧਾਵੇ ਤੋਂ ਬਾਹਰ ਬਾਈ ਰੁਕ ਗਏ। ਪ੍ਰੋਹਤ ਨੂੰ ਭੇਜਿਆ, ਜਾ ਭਾਈ ਜਾ ਕੇ ਮੂਲ ਚੰਦ ਖੱਤਰੀ ਨੂੰ ਸੁਨੇਹਾ ਲਾ ਦੇ ਕਿ ਸੁਲਤਾਨਪੁਰ ਤੋਂ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ, ਇਹਨਾਂ ਦੇ ਜਾਣੂ ਸਨ, ਪਰਮਾਨੰਦ ਜੀ ਨੂੰ ਜਾਣਦੇ ਸਨ ਮੂਲ ਚੰਦ ਖੱਤਰੀ ਜੀ। ਅੱਗੇ ਰਿਸ਼ਤੇ ਦੀ ਗੱਲਬਾਤ ਵੀ ਇਹੀ ਕਰਨਗੇ, ਜਿਵੇਂ ਕਹਦੇ ਵੀ ਵਿਚੋਲੇ ਹੁੰਦੇ ਨੇ ਜਾਂ ਜਾਣਕਾਰ ਹੁੰਦੇ ਨੇ। ਪਰਮਾਨੰਦ ਜੀ ਨੇ ਜਾ ਕੇ ਕਿਹਾ ਪੰਡਿਤ ਜੀ ਨੂੰ ਵੀ ਤੁਸੀਂ ਜਾ ਕੇ ਮੂਲ ਚੰਦ ਖੱਤਰੀ ਨੂੰ ਕਹੋ ਵੀ ਸੁਲਤਾਨਪੁਰ ਤੋਂ ਪਰਮਾਨੰਦ ਜੀ ਤੇ ਬੇਦੀ ਕੁਲ ਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਾਤਾ ਪਿਤਾ ਔਰ ਉਹਨਾਂ ਦੇ ਨਾਨਾ ਜੀ ਆਏ ਨੇ ਕੁੜਮਾਈ ਵਾਸਤੇ, ਜਿਹੜੀ ਮੰਗਣੇ ਦੀ ਰਸਮ ਹੁੰਦੀ ਹੈ। ਇੱਥੇ ਤਾਂ ਕੁਛ ਕਿਹਾ ਉਹਨਾਂ ਨੇ ਵੀ ਚੌਕੜ ਭਰਨੀ ਹੈ, ਕੋਈ ਇਸ ਤਰ੍ਹਾਂ ਰਸਮ ਦਾ ਨਾਮ ਹੈ। ਪਰ ਸਗਾਈ ਵਾਸਤੇ ਜਿਵੇਂ ਲੜਕੀ ਵਾਲੇ ਦੇ ਘਰੇ ਜਾਂਦੇ ਨੇ ਸ਼ਗਨ ਕਰਨ ਵਾਸਤੇ,
ਰਿਸ਼ਤਾ ਲੈਣ ਵਾਸਤੇ, ਜਾਂ ਕਈ ਡੱਬੇ ਆਪਸ ਦੇ ਵਿੱਚ ਇਸ ਤਰ੍ਹਾਂ ਬਲਟਾਉਂਦੇ ਨੇ। ਇਹ ਸ਼ਹਿਰਾਂ ਦੇ ਵਿੱਚ ਹੁੰਦਾ ਇਸ ਤਰ੍ਹਾਂ, ਆਪਣੇ ਰੋਕ ਕਰਦੇ ਨੇ। ਪਹਿਲਾਂ ਜਾ ਕੇ ਉਹ ਮੁੰਡੇ ਨੂੰ ਰੋਕ ਜਾਂਦੇ, ਉਹ ਜਾ ਕੇ ਫਿਰ ਕੁੜੀ ਨੂੰ ਸ਼ਗਨ ਪਾਉਂਦੇ ਝੋਲੀ ਦੇ ਵਿੱਚ, ਮਿੱਠਾ ਪੱਤਾ, ਇਸ ਤਰ੍ਹਾਂ ਕੁਛ। ਹੁਣ ਤਾਂ ਆਮੋ ਸਾਹਮਣੇ ਬੈਠ ਕੇ ਇਸ ਤਰ੍ਹਾਂ ਰਿਸ਼ਤੇ ਹੁੰਦੇ ਨੇ। ਸੋ ਪਹਿਲਾਂ ਨਹੀਂ ਸੀ। ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਹੀਂ ਨਾਲ ਲੈ ਕੇ ਗਏ। ਮਹਾਰਾਜ ਜੀ ਇੱਥੇ ਹੀ ਨੇ, ਸੁਲਤਾਨਪੁਰ ਲੋਧੀ। ਪਰਿਵਾਰ ਹੈ ਨਾਲ। ਹੁਣ ਪਰਿਵਾਰ ਪਹੁੰਚਿਆ ਤੇ ਜਾ ਕੇ ਪੱਖੋ ਕੇ ਰੰਧਾਵੇ ਤੋਂ ਬਾਹਰ ਬਾਈ ਰੁਕ ਗਏ ਤੇ ਪੰਡਿਤ ਨੂੰ ਭੇਜਿਆ, ਜਾਂ ਭਾਈ ਮੂਲ ਚੰਦ ਖੱਤਰੀ ਨੂੰ ਜਾ ਕੇ ਸੁਨੇਹਾ ਲਾ ਦੇ ਵੀ ਪਰਿਵਾਰ ਆਇਆ, ਉਹ ਵੀ ਆਪਣੇ ਸਾਕ ਸੰਬੰਧੀਆਂ ਨੂੰ ਸੱਦ ਲੇ। ਇਸ ਪ੍ਰਕਾਰ ਸਾਰੀ ਸਗਾਈ ਦੀ ਰਸਮ ਕਰਨ ਵਾਸਤੇ ਪਰਿਵਾਰ ਆਇਆ। ਇਸ ਤਰ੍ਹਾਂ ਕਰਕੇ ਨਿੱਧੇ ਪੰਡਿਤ ਨੂੰ ਪਹਿਲਾਂ ਭੇਜਿਆ ਹੈ। ਸੁਧ ਮੂਲੇ ਕਹੋ ਬੇਦੀ ਆਏ। ਹਾਂ, ਜਾ ਕੇ ਭਾਈ ਉਹਨੂੰ ਸੁਨੇਹਾ ਲਾ ਦੇ ਕਿ ਬੇਦੀ ਦੇ ਕੁਲ ਦੇ ਜਿਹੜੇ ਆਏ ਨੇ ਉਹ ਭਾਈ ਬੰਦੇ ਆਏ ਹਨ। ਚੌਂਕੜ ਖਰਚਣ ਸਮਝੋ ਕਾਜਾ। ਹਾਂ, ਚੌਂਕੜ ਖਰਚਣ, ਇਹ ਸਗਾਈ ਦਾ ਉਹਨਾਂ ਦੀ ਉੱਥੋਂ ਰਸਮ ਹੁੰਦੀ। ਉਸ ਵੇਲੇ ਆਪਾਂ ਸਗਾਈ ਕਹਿ ਦਿੰਦੇ ਆ ਵੀ ਰੋਕ ਕਰਨਾ ਜਾਂ ਮੰਗਣਾ ਕਰਨਾ, ਲੜਕੀ ਮੰਗਣੀ ਹੈ, ਜਾਂ ਡੱਬਾ ਮਿੱਠਾ ਪਾ ਕੇ ਰੋਕ ਕਰ ਦਿੰਦੇ ਆ ਇਸ ਤਰ੍ਹਾਂ, ਜਾਂ ਰੁਪਈਆ ਦੇ ਭਾਈ ਰੁਪਈਆ ਉਹਨਾਂ ਨੇ ਲੈ ਲਿਆ, ਇਸ ਤਰ੍ਹਾਂ ਰਿਸ਼ਤਾ ਹੁੰਦਾ। ਅੱਡੋ ਅੱਡ ਆਪਣੇ ਆਪਣੇ ਨਾਂ ਰੱਖੇ ਜਾਂਦੇ ਨੇ ਰਸਮਾਂ ਦੇ। ਤੇ ਚੌਂਕੜ ਖਰਚਣ ਸਮਝੋ ਕਾਜਾ, ਕਿ ਚੌਂਕੜ ਦਾ ਖਰਚਾ ਕਰਨ ਵਾਸਤੇ ਬੇਦੀਆਂ ਦੀ ਕੁਲ ਦੇ ਮਹਿਤਾ ਕਾਲੂ ਜੀ, ਉਹਨਾਂ ਦੇ ਸਾਕ ਸੰਬੰਧੀ ਪਹੁੰਚੇ ਹਨ। ਜਾਏ ਕਹੋ ਇਵ ਕਰਹਿ ਸਮਾਜਾ। ਜਾ ਕੇ ਕਹੋ ਮੂਲ ਚੰਦ ਜੀ ਨੂੰ ਕਿ ਆਪਣਾ ਸਾਰਾ ਸਾਕ ਸੰਬੰਧੀ ਔਰ ਸਮਾਜ ਨੂੰ ਇਕੱਠਾ ਕਰ ਲੈਣ ਖੁਸ਼ੀਆਂ ਦੇ ਵਿੱਚ। ਗਮਨਿਓ ਘਰ ਭਿਖ ਦੀਨ ਅਸੀਸਾ। ਹੁਣ ਜਦੋਂ ਪੰਡਿਤ ਜੀ ਪਹੁੰਚੇ, ਜਾ ਕੇ ਸਿੱਧਾ ਮੂਲ ਚੰਦ ਖੱਤਰੀ ਦੇ ਘਰ ਪਹੁੰਚੇ। ਚਿਰੰਜੀਵ ਕਰ ਹੈ ਜਗਦੀਸ਼ਾ। ਹੁਣ ਮੂਲ ਚੰਦ ਜੀ ਨੇ ਵੀ ਜਦੋਂ ਪੰਡਿਤ ਜੀ ਨੂੰ ਦੇਖਿਆ, ਸਤਿਕਾਰ ਕੀਤਾ। ਪਹਿਲਾਂ ਸਤਿਕਾਰ ਕਰਦੇ ਹੁੰਦੇ ਪ੍ਰੋਹਤ ਦਾ। ਜੈ ਰਾਮ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਘਰੇ ਬਿਠਾਇਆ, ਉਹਨਾਂ ਨੂੰ ਜਲ ਪਾਣੀ ਛਕਾਇਆ। ਹਾਂਜੀ, ਮੂਲੇ ਬੰਧਨ ਦਿਜ ਕੋ ਕੀਨੋ। ਤਾਂ ਫਿਰ ਮੂਲ ਚੰਦ ਜੀ ਨੇ ਬੰਦਨਾ ਕੀਤੀ, ਪ੍ਰੋਹਤ ਜੀ ਨੂੰ ਨਮਸਕਾਰ ਕੀਤੀ। ਸਨਮਾਨਿਓ ਆਸਨ ਆਸੀਨੋ। ਹਾਂ, ਬੜਾ ਅਦਬ ਸਤਿਕਾਰ ਕੀਤਾ। ਅਦਬ ਸਤਿਕਾਰ ਕਰਕੇ ਮੰਜੇ ਤੇ ਬਿਠਾਇਆ ਔਰ ਬੜੇ ਪ੍ਰੇਮ ਦੇ ਨਾਲ ਫਿਰ ਇਸ ਤਰ੍ਹਾਂ ਪੁੱਛਿਆ। ਕਹਤੇ ਭਇਓ ਆਵਨੋ ਤੋਹੀ। ਦੇਖੋ, ਪਹਿਲਾਂ ਬਜ਼ੁਰਗਾਂ ਦਾ ਇਸ ਤਰ੍ਹਾਂ ਦਾ ਹੁੰਦਾ। ਪਹਿਲਾਂ ਉਹਨਾਂ ਨੂੰ ਘਰੇ ਬਿਠਾਇਆ, ਬਿਠਾ ਕੇ ਸਤਿਕਾਰ ਕੀਤਾ, ਜਲ ਪਾਣੀ ਛਕਾਇਆ। ਜਲ ਪਾਣੀ ਛਕਾਉਣ ਤੋਂ ਬਾਅਦ ਪੁੱਛਿਆ ਵੀ ਹਾਂ ਭਾਈ ਕਿਵੇਂ ਆਣਾ ਹੋਇਆ। ਹੁਣ ਆਪਣੇ ਰਿਵਾਜ ਇਹ ਹੋ ਗਿਆ ਵੀ ਗੇਟ ਤੇ ਹੀ ਬੰਦੇ ਨੂੰ ਪੁੱਛ ਲੈਂਦੇ ਨੇ ਵੀ ਕੀ ਕੰਮ ਹੈ। ਚਾਹ ਪਾਣੀ ਕੁਛ ਨਹੀਂ ਪੁੱਛਣਾ, ਪਹਿਲਾਂ ਉਹਨੂੰ ਪੁੱਛਣਾ ਵੀ ਕੀ ਕੰਮ ਹੈ। ਹੁਣ ਤਾਂ ਜ਼ਮਾਨਾ ਐਸਾ ਹੋ ਗਿਆ, ਚੋਰੀ ਠੱਗੀ ਕਰਕੇ ਗੇਟ ਵੀ ਨਹੀਂ ਖੋਲਦੇ, ਬਾਹਰੋਂ ਹੀ ਪੁੱਛ ਲੈਂਦੇ ਨੇ ਬਿਨਾਂ ਗੇਟ ਖੋਲੇ, ਕੌਣ ਹੈ ਭਾਈ, ਕੰਮ ਦੱਸ ਦੇ ਕੀ ਹੈ। ਸਮੇਂ ਸਮੇਂ ਅਨੁਸਾਰ ਹੈ ਨਾ। ਪਰ ਉਸ ਟਾਈਮ ਸਾਦਾ ਸੁਭਾਅ ਹੁੰਦਾ, ਬਹੁਤ ਪ੍ਰੇਮ ਹੀ ਪ੍ਰੇਮ ਬਜ਼ੁਰਗਾਂ ਦੇ ਅੰਦਰ ਹੁੰਦਾ। ਸਾਦਾ ਸੁਭਾਅ, ਸਾਦਾ ਖਾਣਾ, ਸਰਲ ਜੀਵਨ, ਕਪਟ ਛਲਤਾ ਨਹੀਂ ਸੀ ਇੰਨੇ ਜ਼ਿਆਦਾ ਹੋਣੇ। ਇੱਕ ਦੂਏ ਦਾ ਸਤਿਕਾਰ ਕਰਦੇ। ਹੁਣ ਦੇਖਿਆ ਕਿੰਨਾ ਸਤਿਕਾਰ ਕਰ ਰਹੇ ਨੇ, ਨਾਨਾ ਜੀ, ਮਾਮਾ ਜੀ, ਪਰਿਵਾਰ, ਚਾਚਾ ਜੀ, ਸਾਰੇ ਰਲ ਕੇ ਖੁਸ਼ੀਆਂ ਦੇ ਵਿੱਚ। ਕਿਵੇਂ ਪਰਿਵਾਰ, ਪ੍ਰੇਮ ਹੀ ਪ੍ਰੇਮ ਹੈ ਸਾਰਿਆਂ ਦੇ ਅੰਦਰ। ਹੁਣ ਮੂਲ ਚੰਦ ਖੱਤਰੀ ਜੀ ਨੇ ਪੁੱਛਿਆ ਕਿ ਇਹ ਪੰਡਿਤ ਜੀ ਕਿਵੇਂ ਆਣਾ ਹੋਇਆ। ਹਾਂਜੀ, ਆਪਣੀ ਕਹੋ ਵਾਰਤਾ ਮੋਹੀ। ਹਾਂ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਆਪਣੇ ਬਾਰੇ ਦੱਸਣਾ ਕਰੋ। ਸੁਣ ਕਰ ਬ੍ਰਾਹਮਣ ਅਚਲ ਅਲਾਇਆ। ਇਸ ਪ੍ਰਕਾਰ ਉਹ ਜਿਹੜਾ ਪ੍ਰੋਹਤ ਸੀ, ਉਸਨੇ ਸੁਣ ਕੇ ਮੂਲ ਚੰਦ ਖੱਤਰੀ ਜੀ ਤੋਂ ਇਸ ਤਰ੍ਹਾਂ ਬਚਨ ਕਹੇ। ਹੋ ਸੁਲਤਾਨ ਨਗਰ ਤੇ ਆਇਆ। ਕਿ ਭਾਈ ਮੈਂ ਸੁਲਤਾਨਪੁਰ ਤੋਂ ਆਇਆ, ਸੁਲਤਾਨਪੁਰ ਲੋਧੀ ਨਗਰ ਤੋਂ ਆਇਆ ਹਾਂ। ਪਰਮਾਨੰਦ ਪਠਾ ਤੁਮ ਪਾਸਾ। ਹਾਂ, ਪਰਮਾਨੰਦ ਜੀ ਦਾ ਦੇਖੋ ਜਾਣੂ ਸੀ, ਤਹੀਂ ਉਹਨਾਂ ਨੇ ਨਾਮ ਲਿੱਤਾ ਉਹਨਾਂ ਦਾ। ਕਹਿਣ ਲੱਗੇ ਮੈਨੂੰ ਪਰਮਾਨੰਦ ਜੀ ਸੁਲਤਾਨਪੁਰ ਲੋਧੀ ਵਾਲਿਆਂ ਨੇ ਭੇਜਿਆ ਹੈ। ਆਏ ਬੇਦੀ ਲਖੋ ਆਵਾਸਾ। ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਬੇਦੀ ਕੁਲ ਦੇ ਹਨ, ਜਿੱਥੇ ਤੁਸੀਂ ਆਪਣੀ ਲੜਕੀ ਦੀ ਸਗਾਈ ਕਰਕੇ ਆਇਓ, ਰਿਸ਼ਤਾ ਕਰਕੇ ਆਇਓ,
ਤੇ ਨਾਲ ਬੇਦੀ ਕੁਲ ਦੇ ਮਹਿਤਾ ਕਾਲੂ ਜੀ ਹਨ, ਉਹਨਾਂ ਦੇ ਸਾਕ ਸੰਬੰਧੀ ਹਨ। ਸੁਲਤਾਨਪੁਰ ਲੋਧੀ ਤੋਂ ਪਰਮਾਨੰਦ ਜੀ ਉਹਨਾਂ ਦੇ ਨਾਲ ਆਏ ਨੇ। ਸੋ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਭੇਜਿਆ ਹੈ। ਚੌਂਕੜ ਖਰਚਣ ਕੀ ਬਿਦ ਜਾਨੋ। ਹਾਂ, ਚੌਂਕੜ ਖਰਚਣ ਦੀ ਵਿਧ ਸਗਾਈ ਵਾਸਤੇ ਆਏ ਨੇ, ਲੜਕੀ ਦੀ ਸਗਾਈ ਕਰਨ ਵਾਸਤੇ ਆਏ ਹਨ। ਸੁਧ ਕਰਨੇ ਮਮ ਆਵਨ ਮਾਨੋ। ਮੈਨੂੰ ਪਹਿਲਾਂ ਭੇਜਿਆ ਜਾ ਕੇ ਮੂਲ ਚੰਦ ਖੱਤਰੀ ਜੀ ਨੂੰ ਸੁਨੇਹਾ ਲਾ ਦਿਓ ਵੀ ਭਾਈ ਤਿਆਰੀ ਕਰ ਲੈਣ। ਸੁਣ ਮੂਲਾ ਬੋਲਿਓ ਦਿਵਿਜ ਸਾਥੇ। ਬਹੁਤ ਮੂਲ ਚੰਦ ਜੀ ਬੜੇ ਅਦਬ ਸਤਿਕਾਰ ਦੇ ਨਾਲ ਬੋਲੇ। ਭਲਾ ਭਇਓ ਆਵਹਿ ਮੁਝ ਮਾਥੇ। ਬਹੁਤ ਕਹਿੰਦੇ ਖੁਸ਼ੀ ਦਾ ਗੱਲ ਹੈ, ਤਾਂ ਜੇ ਸਾਰੇ ਉਹ ਆਏ ਨੇ ਬਹੁਤ ਭਲੀ ਗੱਲ ਹੈ। ਜੀ ਆਇਆਂ ਨੂੰ ਕਹਿਣਾ, ਇਸ ਤਰ੍ਹਾਂ ਮੂਲ ਚੰਦ ਜੀ ਨੇ ਕਿਹਾ। ਤੁਰਨ ਜਹ ਤੇ ਦਾਸ ਪਠਾਏ। ਤਾਂ ਫਿਰ ਨਾਲੇ ਤਾਂ ਮੂਲ ਚੰਦ ਜੀ ਆਪ ਗਏ, ਨਾਲੇ ਆਪਣੇ 5-7 ਨਾਲ ਆਂਢੀ ਗੁਆਂਢੀ ਜਿਹੜੇ ਸਾਖ ਸੰਬੰਧੀ ਪਰਿਵਾਰ ਉਹ ਜਾਂਦੇ ਆਦਰ ਸਤਿਕਾਰ ਦੇ ਨਾਲ। ਸਤਿਕਾਰ ਕਰਦੇ ਹੁੰਦੇ, ਪਹਿਲਾਂ ਸਤਿਕਾਰ ਕਰਦੇ ਹੁੰਦੇ। ਸਤਿਕਾਰ ਦਾ ਖੈਰ ਹੁਣ ਵੀ ਜਦੋਂ ਬਰਾਤ ਆਉਂਦੀ ਹੈ ਉਦੋਂ ਵੀ ਹੁੰਦਾ ਹੈ, ਪਰ ਦੋਨਾਂ ਪਾਸਿਆਂ ਤੋਂ ਰੱਜੇ ਪਏ ਹੁੰਦੇ ਨੇ, ਵਿੱਚੇ ਵਿਚਾਰਾ ਅਰਦਾਸ ਕਰਨ ਵਾਲਾ ਹੁੰਦਾ, ਜੋੜਾ ਕੋਈ ਲਾਉਂਦਾ ਨਹੀਂ। ਇਹ ਤਾਂ ਪਾਪ ਹੀ ਖੱਟਦੇ ਆਪਾਂ। ਜਾਂ ਤਾਂ ਅਰਦਾਸ ਹੀ ਨਾ ਕਰਾਓ, ਜੇ ਅਰਦਾਸ ਕਰਾਉਣੀ ਹੈ ਫਿਰ ਭਾਵਨਾ ਤਾਂ ਰੱਖੋ ਹਿਰਦੇ ਦੇ ਵਿੱਚ। ਜੋੜਾ ਨਹੀਂ ਲਾਉਂਦਾ ਕੋਈ, ਸਿਰ ਨਹੀਂ ਢੱਕਦਾ ਕੋਈ, ਉਹ ਵਿਚਾਰਾ ਪਾਠੀ ਅਰਦਾਸ ਕਰੀ ਜਾਂਦਾ ਹੈ। ਆਮੋ ਸਾਹਮਣੇ ਖੜੇ ਹੁੰਦੇ ਨੇ ਫਿਰ ਉਹ। ਸੋ ਇਸ ਪ੍ਰਕਾਰ ਮੂਲ ਚੰਦ ਖੱਤਰੀ ਜੀ ਨੇ ਆਪਣੇ 4 ਕੋੜਮੇ ਦੇ ਬੰਦੇ ਨਾਲ ਲਏ, ਆਪਣੇ ਨੌਕਰ ਨਾਲ ਲਏ, ਔਰ ਆਪ ਮੂਹਰੋਂ ਹੋ ਕੇ ਸਾਰਿਆਂ ਨੂੰ ਲੈਣ ਵਾਸਤੇ ਤੁਰੇ ਹਨ। ਲੀਏ ਮੰਗਵਾਏ ਸੋਜ ਸਮੁਦਾਏ। ਤਾਂ ਫੇਰ ਨਾਲੇ ਆਪਣੇ ਜਿਹੜੇ ਨੌਕਰ ਚਾਕਰ ਸਨ ਉਹ ਰਸਦ ਵਸਦ ਲੈਣ ਵਾਸਤੇ ਭੇਜ ਦਿੱਤੇ, ਸਮਾਨ ਇਕੱਠਾ ਕਰਨ ਵਾਸਤੇ ਭੇਜ ਦਿੱਤੇ ਵੀ ਰਿਸ਼ਤੇਦਾਰ ਆ ਰਹੇ ਨੇ, ਉਹਨਾਂ ਦਾ ਜੋ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ ਹੈ, ਬੈਠਣ ਦਾ ਪ੍ਰਬੰਧ ਕਰਨਾ ਹੈ, ਜਿਵੇਂ ਰਸਮ ਹੁੰਦੀ ਹੈ ਆਪ ਦੇ ਵਿੱਚ ਉਹ ਰਸਮਾਂ ਕਰਨੀਆਂ ਨੇ, ਉਹ ਸਮਾਨ ਲੈਣ ਵਾਸਤੇ ਭੇਜ ਦਿੱਤੇ। ਦਿਜ ਭੇਜਿਓ ਪੁਨ ਬੋਲ ਪਠਾਏ। ਤਾਂ ਇਸ ਪ੍ਰਕਾਰ ਫਿਰ ਜਾ ਕੇ ਪ੍ਰੋਹਤ ਜੀ ਨੂੰ ਕਿਹਾ। ਮੂਲੇ ਸਦਨ ਸਭੈ ਚਲ ਆਏ। ਤਾਂ ਇਸ ਪ੍ਰਕਾਰ ਨਾਲੇ ਫਿਰ ਉਹ ਜਿਹੜੇ ਆਏ ਸਨ ਪ੍ਰੋਹਤ ਉਹ ਵੀ ਗਏ। ਫਿਰ ਬੜੇ ਅਦਬ ਸਤਿਕਾਰ ਦੇ ਨਾਲ ਮੂਲ ਚੰਦ ਜੀ ਸਾਰਿਆਂ ਨੂੰ ਨਾਲ ਲੈ ਕੇ ਘਰ ਦੇ ਵਿੱਚ ਲੈ ਕੇ ਆਏ। ਮਿਲ ਕੇ ਕਰੀ ਭਲੇ ਕੁਲ ਰੀਤਾ। ਸਭ ਨੇ ਬਹੁਤ ਭਲੀ ਪ੍ਰਕਾਰ ਸਾਰੀਆਂ ਆਪ ਦੇ ਵਿੱਚ ਜਿਹੜੀਆਂ ਰਸਮਾਂ ਸਨ ਕੀਤੀਆਂ। ਹਰਖੇ ਵਦੀ ਨਵੀਨੀ ਪ੍ਰੀਤਾ। ਬਹੁਤ ਆਪ ਦੇ ਵਿੱਚ ਦੋਨੋਂ ਪਰਿਵਾਰ ਬੜੇ ਖੁਸ਼ ਹੋਏ। ਚੌਂਕੜ ਖਰਚਣ ਜੋ ਬਿਦ ਚੀਨੀ। ਜੋ ਵੀ ਉਸ ਵੇਲੇ ਦੀ ਰਸਮ ਸੀ ਬੜੇ ਪਿਆਰ ਦੇ ਨਾਲ ਕੀਤੀ ਗਈ। ਪਰਮਾਨੰਦ ਸਭੈ ਤਬ ਚੀਨੀ। ਤਾਂ ਉਸ ਵੇਲੇ ਪਰਮਾਨੰਦ ਜੀ ਨੇ ਮੂਹਰੇ ਹੋ ਕੇ ਸਾਰੀਆਂ ਰਸਮਾਂ ਕਰਾਈਆਂ, ਕਿਉਂ ਸਿਆਣੇ ਸਨ। ਸਿਆਣਾ ਬਜ਼ੁਰਗ ਮੂਹਰੇ ਹੋ ਕੇ ਸਾਰੀ ਰਸਮਾਂ ਕਰਾਉਂਦਾ ਹੈ, ਤਾਂ ਇਸ ਤਰ੍ਹਾਂ ਪਰਮਾਨੰਦ ਜੀ ਨੇ ਸਾਰੇ ਮੂਹਰੇ ਹੋ ਕੇ ਰਸਮਾਂ ਕਰਾਈਆਂ। ਰਾਹੋ ਲਾਗ ਯੁਗ ਕਾਂਤੇ ਹੋਇਓ। ਤਾਂ ਇਸ ਪ੍ਰਕਾਰ ਦੋਵਾਂ ਤਰਫਾਂ ਤੋਂ ਬੜਾ ਪ੍ਰੇਮ, ਦੋਵੇਂ ਬੜਾ ਪ੍ਰੇਮ ਵਰਸਿਆ, ਬੜੇ ਪ੍ਰੇਮ ਦੇ ਨਾਲ ਸਾਰਿਆਂ ਨੇ। ਇਹ ਨਹੀਂ ਵੀ ਇੱਕ ਦੂਏ ਨੂੰ ਨੀਵਾਂ ਦਿਖਾਉਣਾ, ਨੀਵਾਂ ਨਹੀਂ ਦਿਖਾਉਣਾ, ਇੱਕ ਦੂਏ ਦਾ ਪਰਦਾ ਰੱਖਣਾ, ਰਿਸ਼ਤੇਦਾਰ ਦਾ ਪਰਦਾ ਰੱਖਣਾ। ਇਹ ਨਹੀਂ ਵੀ ਆਪਣੇ ਨੰਬਰ ਬਣਾਉਣੇ ਨਾ। ਬਹੁਤ ਸਤਿਕਾਰ ਦੇ ਨਾਲ ਪਰਮਾਨੰਦ ਜੀ ਨੇ ਦੋਨਾਂ ਪਰਿਵਾਰਾਂ ਦੇ ਵਿੱਚ ਇਤਫਾਕ ਔਰ ਪ੍ਰੇਮ ਵਧਾਇਆ। ਵਿੱਚ ਦੀ ਹੋ ਕੇ ਦੋਨਾਂ ਪਰਿਵਾਰਾਂ ਨੇ ਖੁਸ਼ੀ ਖੁਸ਼ੀ ਜਿਹੜੇ ਸੀ ਰਸਮਾਂ ਕੀਤੀਆਂ। ਭਈ ਵਧਾਈ ਸ਼ੌਂਕ ਬਿਗੋਇਓ। ਹਾਂ, ਦੋਵਾਂ ਪਾਸਿਆਂ ਤੋਂ ਦੋਨੋਂ ਬੜੇ ਖੁਸ਼ ਹੋਏ। ਕਰ ਇਕੰਤ ਕਾਲੂ ਕਹਿ ਬਾਨੀ। ਹੁਣ ਮਹਿਤਾ ਕਾਲੂ ਜੀ ਨੇ ਸਗਾਈ ਤਾਂ ਹੋ ਗਈ, ਹੁਣ ਜਿਵੇਂ ਸਿਆਣੇ ਬਜ਼ੁਰਗ ਕਰਦੇ ਹੁੰਦੇ, ਤੇ ਬੜੇ ਸਿਆਣੇ ਬਜ਼ੁਰਗਾਂ ਦੀਆਂ ਜਿਹੜੀ ਗੱਲਬਾਤ ਕਰਨ ਦਾ ਢੰਗ, ਪੜਦਾ ਰੱਖਣਾ, ਸਾਰੀ ਗੱਲਬਾਤ ਹੁਣ ਪਿਛਲੇ ਇਤਿਹਾਸ ਵਿੱਚ ਪੜ੍ਹਦੇ ਆ ਨਾ, ਬੜਾ ਮਨ ਖੁਸ਼ ਹੁੰਦਾ ਹੈ। ਹੁਣ ਮਹਿਤਾ ਕਾਲੂ ਜੀ ਨੇ ਪਰਮਾਨੰਦ ਜੀ ਨੂੰ ਬਾਂਹ ਤੋਂ ਫੜ ਕੇ ਸਾਈਡ ਤੇ ਲਿਜਾ ਕੇ ਆਰਾਮ ਦੇ ਨਾਲ ਇਸ ਤਰ੍ਹਾਂ ਕਹਿਣਾ ਕੀਤਾ। ਪਰਮਾਨੰਦ ਸੁਣੋ ਸੁਖ ਖਾਨੀ। ਹੇ ਪਰਮਾਨੰਦ ਜੀ, ਮੇਰੀ ਇੱਕ ਗੱਲ ਧਿਆਨ ਦੇ ਕੇ ਸੁਣੋ। ਮੂਲੇ ਤੇ ਮੰਗੋ ਤੁਮ ਸਾਹਾ। ਤੇ ਕਹਿਣ ਲੱਗੇ ਸਗਾਈ ਤਾਂ ਹੋ ਗਈ, ਤੁਸੀਂ ਇਉਂ ਕਰੋ ਬਈ ਅਸੀਂ ਚਾਹੁੰਦੇ ਆ ਵੀ ਨਾਨਕ ਜੀ ਦਾ ਛੇਤੀ ਵਿਆਹ ਕਰ ਦਈਏ। ਤੁਸੀਂ ਹੁਣ ਮੂਲ ਚੰਦ ਜੀ ਤੋਂ ਸਾਹਾ ਮੰਗ ਲਓ, ਭਾਵ ਉਹਨਾਂ ਨੂੰ ਕਹੋ ਵੀ ਸਾਨੂੰ ਛੇਤੀ ਦੇ ਕੇ
ਲੜਕੀ ਦਾ ਵਿਆਹ ਦੇ ਦਿਓ। ਇਸ ਤਰ੍ਹਾਂ ਪਰਮਾਨੰਦ ਜੀ ਨੂੰ ਕਹਿਣ ਲੱਗੇ ਮੂਲ ਚੰਦ ਜੀ। ਹਾਂਜੀ, ਭਲੀ ਭਾਂਤ ਮਹਿਤਾ ਕਾਲੂ ਜੀ ਨੇ ਕਿਹਾ, ਮਹਿਤਾ ਕਾਲੂ ਜੀ ਨੇ ਕਿਹਾ ਕਿ ਤੁਸੀਂ ਮੂਲ ਚੰਦ ਜੀ ਨੂੰ ਕਹੋ। ਪਰਮਾਨੰਦ ਜੀ ਨੂੰ ਕਹਿੰਦੇ ਨੇ ਵੀ ਤੁਸੀਂ ਜਾ ਕੇ ਕਹੋ ਵੀ ਲੜਕੀ ਦਾ ਰਿਸ਼ਤਾ ਦੇ ਦੇਣ। ਹਾਂਜੀ, ਭਲੀ ਭਾਂਤ ਜੋ ਹੋਏ ਵਿਵਾਹ। ਇਹ ਹੁਣ ਠੀਕ ਹੈ, ਸਾਰੇ ਪਾਸੇ ਰਿਸ਼ਤੇਦਾਰ ਇਕੱਠੇ ਹੋਏ ਨੇ ਵੀ ਜੇ ਵਿਆਹ ਹੀ ਹੋ ਜੇ ਤਾਂ ਚੰਗਾ ਹੈ। ਹਾਂਜੀ, ਕਿੰਨੇ ਪ੍ਰੀਥਕ ਮੂਲੇ ਕੋ ਤਬਹੀ। ਉਸੇ ਵੇਲੇ ਪਰਮਾਨੰਦ ਜੀ ਨੇ ਮੂਲੇ ਖੱਤਰੀ ਜੀ ਨੂੰ, ਜਿਵੇਂ ਸਾਰੇ ਰਿਸ਼ਤੇਦਾਰ ਮੰਜੀਆਂ ਤੇ ਬੈਠੇ ਨੇ, ਸਾਰੇ ਨਾਲ ਲੈ ਕੇ ਗਏ, ਵੱਖ ਕੀਤਾ ਬੰਦਿਆਂ ਤੋਂ, ਪਰਦੇ ਵਿੱਚ ਗੱਲ ਕੀਤੀ। ਇਸ ਪ੍ਰਕਾਰ ਮੂਲਕ ਚੰਦ ਖੱਤਰੀ ਜੀ ਨੂੰ ਕਹਿਣ ਲੱਗੇ ਪਰਮਾਨੰਦ ਜੀ। ਪਰਮਾਨੰਦ ਕਹੀ ਬਿਦ ਸਬਹੀ। ਤਾਂ ਪਰਮਾਨੰਦ ਜੀ ਨੇ ਸਾਰੀ ਗੱਲ ਕਹੀ ਜਿਹੜੀ ਮਹਿਤਾ ਕਾਲੂ ਜੀ ਨੇ ਕਹੀ ਸੀ ਕੰਨਿਆ ਭਰ ਕੀ ਬय ਹੈ ਤੁਰਨਾ। ਕਿ ਕੰਨਿਆ ਵੀ ਹੁਣ ਉਮਰ ਸਾਰਾ ਬਿਆਨ ਜੋਗੀ ਹੈ, ਤੇ ਜਿਹੜੀ ਲੜਕੇ ਦੀ ਉਮਰ ਹੈ ਉਹ ਵੀ ਬਿਆਨ ਜੋਗੀ ਹੈ। ਨਹੀਂ ਪਹਿਲਾਂ ਛੋਟੀ ਉਮਰ ਦੀ ਮੰਗ ਦਿੰਦੇ, ਫਿਰ ਉਹ ਕਈ ਸਾਲ ਮੰਗ ਰਹਿੰਦੀ, ਫਿਰ ਉਹ ਮਕਲਾਵਾ ਦਿੰਦੇ, ਪਤਾ ਨਹੀਂ ਫਿਰ ਉਹ ਵਿਆਹ ਵੀ ਕਰਦੇ, ਜਾਂ ਮਕਲਾਵਾ ਪਹਿਲਾਂ ਦਿੰਦੇ, ਬਾਅਦ ਵਿੱਚ ਵਿਆਹ ਕਾਫੀ ਚਿਰ ਬਾਅਦ ਉਹ ਕਰਦੇ, ਲੜਕੀ ਭੇਜਦੇ। ਇਸ ਤਰ੍ਹਾਂ ਦੀਆਂ ਬਜ਼ੁਰਗਾਂ ਤੋਂ ਸੁਣੀ ਦੀਆਂ ਵੀ ਰਸਮਾਂ ਹੁੰਦੀਆਂ ਸਨ। ਤਾਂ ਹੁਣ ਪਰਮਾਨੰਦ ਜੀ ਕਹਿਣ ਲੱਗੇ ਵੀ ਲੜਕੀ ਦੀ ਵੀ ਉਮਰ ਯੋਗ ਹੈ, ਲੜਕੇ ਦੀ ਵੀ ਉਮਰ ਯੋਗ ਹੈ, ਕਿਉਂ ਨਾ ਆਪਾਂ ਸਾਹੇ ਦੀ ਤਰੀਕ ਹੀ ਪੱਕੀ ਰੱਖ ਦਈਏ। ਸਗਾਈ ਵਾਲੇ ਦਿਨ ਇਹ ਗੱਲ ਚੱਲ ਰਹੀ ਹੈ। ਹਾਂਜੀ, ਸਾਹਾ ਲਿਖਦੇ ਹੈ ਲਿਖ ਆਚਰਨਾ। ਕਿ ਪੱਕੀ ਤਰੀਕ ਰੱਖ ਲਓ, ਹੁਣੇ ਥੋੜੇ ਦਿਨਾਂ ਦੇ ਵਿੱਚ ਤਰੀਕ ਰੱਖ ਲੈਨੇ ਆ। ਇਸ ਤਰ੍ਹਾਂ ਜਦੋਂ ਪਰਮਾਨੰਦ ਜੀ ਨੇ ਕਿਹਾ, ਸੁਣ ਮੂਲੇ ਨੇ ਬਚਨ ਉਚਾਰੇ। ਉਸੇ ਵੇਲੇ ਮੂਲ ਚੰਦ ਜੀ ਨੇ ਜੋ ਪਰਮਾਨੰਦ ਜੀ ਦੀ ਗੱਲ ਕਹੀ, ਇਸ ਤਰ੍ਹਾਂ ਫਿਰ ਉਹਨਾਂ ਨੇ ਗੱਲ ਸੁਣ ਕੇ ਆਪਣੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਬਚਨ ਅਲਾਪੇ। ਨਹਿਮਾਨੋ ਮਨ ਬੈਨ ਤੁਮਾਰੇ। ਕਿ ਪਰਮਾਨੰਦ ਜੀ ਇੰਨੀ ਛੇਤੀ ਨਹੀਂ ਵਿਆਹ ਦੀ ਤਰੀਕ ਰੱਖ ਸਕਦੇ, ਮੇਰੀ ਇੱਕੋ ਇੱਕ ਲੜਕੀ ਹੈ, ਮੈਂ ਆਪਣੀ ਲੜਕੀ ਦਾ ਰੀਝ ਨਾਲ ਵਿਆਹ ਕਰਨਾ ਚਾਹੁੰਦਾ, ਸਾਰੀਆਂ ਤਿਆਰੀਆਂ ਦੇ ਨਾਲ ਕਰਨਾ ਚਾਹੁੰਦਾ। ਕਿਉਂ ਪਟਵਾਰੀ ਸਨ, ਉਹ ਵੀ ਪੱਖੋਂ ਕੇ ਰੰਧਾਵੇ ਦੇ ਪਟਵਾਰੀ ਸਨ। ਤਾਂ ਕਹਿਣ ਲੱਗੇ ਮੈਂ ਆਪਣੀ ਲੜਕੀ ਦਾ ਇੰਨੀ ਕਾਹਲੀ ਦੇ ਵਿੱਚ ਨਹੀਂ ਵਿਆਹ ਕਰ ਸਕਦਾ, ਇਸ ਗੱਲ ਦੀ ਮੈਨੂੰ ਮਾਫੀ ਦੇ ਦਿਓ। ਇਹੀ ਗੱਲ ਪਰਮਾਨੰਦ ਜੀ ਨੇ ਜਾ ਕੇ ਫਿਰ ਮਹਿਤਾ ਕਾਲੂ ਜੀ ਨੂੰ ਕਹਿਣੀ ਹੈ। ਹਾਂਜੀ, ਏਕ ਬਰਸ ਬੀਤੇ ਤਹਿ ਪਾਛੇ। ਮੈਨੂੰ 1 ਸਾਲ ਦਾ ਟਾਈਮ ਦਿੱਤਾ ਜਾਵੇ, 1 ਸਾਲ ਬਾਅਦ ਮੈਂ ਸ਼ਾਦੀ ਦਾ ਟਾਈਮ ਦੇ ਦੇਣਾ, ਦਿਨ ਰੱਖ ਦਵਾਂਗੇ। ਲਿਖ ਭੇਜੋ ਸਾਹਾ ਮੈਂ ਆਛੇ। ਮੈਂ ਆਪਣੇ ਆਪ ਤਰੀਕ 1 ਸਾਲ ਬਾਅਦ ਲਿਖ ਕੇ, ਚੰਗੀ ਸ਼ੁਭ ਤਰੀਕ ਦੇਖ ਕੇ ਮੈਂ ਭੇਜ ਦਵਾਂਗਾ ਲਿਖ ਕੇ। ਅਸ ਸੁਣ ਕਹਿ ਤਿਨ ਤੂਸ਼ਨ ਠਾਨੀ। ਇਹ ਗੱਲ ਸੁਣ ਕੇ ਪਰਮਾਨੰਦ ਜੀ ਚੁੱਪ ਹੋ ਗਏ। ਚੁੱਪ ਹੋ ਕੇ ਮੁੜ ਕੇ ਫਿਰ ਮਹਿਤਾ ਕਾਲੂ ਜੀ ਦੇ ਕੋਲੇ ਆਏ। ਭਣੀ ਜੋ ਮੂਲੇ ਸੋ ਮਨ ਮਾਨੀ। ਜੋ ਮੂਲ ਚੰਦ ਜੀ ਨੇ ਗੱਲ ਕਹੀ ਉਹ ਆ ਕੇ ਮਹਿਤਾ ਕਾਲੂ ਜੀ ਨੂੰ ਦੱਸ ਦਿੱਤੀ। ਇੱਕ ਦਿਨ ਰਹਿ ਪੇ ਬਿਦਾ ਸਕੀਰਤ। ਮਹਿਤਾ ਕਾਲੂ ਜੀ ਨੇ ਵੀ ਮੰਨ ਲਈ ਗੱਲ। ਭੋਲੇ ਭਾਲੇ ਬਜ਼ੁਰਗ ਸਨ, ਕੋਈ ਅੜੀ ਉੜੀ ਵਾਲਾ ਨਹੀਂ ਸੀ ਇਸ ਤਰ੍ਹਾਂ। ਉਸੇ ਵੇਲੇ ਮਹਿਤਾ ਕਾਲੂ ਜੀ ਨੇ ਗੱਲ ਮੰਨ ਲਈ। ਇੱਕ ਦਿਨ ਫਿਰ ਉੱਥੇ ਰਹੇ। ਇੱਕ ਦਿਨ ਰਹਿਣ ਤੋਂ ਮਗਰੋਂ, ਹਾਂਜੀ, ਗ੍ਰਾਮ ਹੈ ਸੁੰਦਰ ਜਸ ਬਿਸਤ੍ਰਿਤ। ਤਾਂ ਇਸ ਪ੍ਰਕਾਰ ਬੜਾ ਸਾਰੇ ਪਾਸੇ ਜਸ ਫੈਲਿਆ, ਬੜੀ ਰਸਮਾਂ ਹੋਈਆਂ, ਬੜੇ ਖੁਸ਼ੀ ਦਾ ਮਾਹੌਲ ਹੋਇਆ। ਇੱਕ ਦਿਨ ਮਗਰੋਂ ਫਿਰ ਯਾਨੀ ਵਾਪਸ ਆ ਜਾਂਦੇ ਨੇ ਸੁਲਤਾਨਪੁਰ ਲੋਧੀ। ਹਾਂਜੀ, ਸਕਟ ਅਰੁੱਢ ਹੈ ਪੰਥ ਸਿਧਾਏ। ਗੱਡਿਆਂ ਤੇ ਚੜ ਕੇ ਫੇਰ ਆ ਵਾਪਸ ਸੁਲਤਾਨਪੁਰ ਲੋਧੀ ਵੱਲ ਆ ਗਏ। ਪੂਰੇ ਸੁਲਤਾਨ ਵਿਖੇ ਚਲ ਆਏ। ਸੁਲਤਾਨਪੁਰ ਲੋਧੀ ਪਹੁੰਚ ਗਏ। ਕਰਤ ਨਾਨਕੀ ਉਤਸ਼ਵ ਭਾਰੀ। ਘਰ ਦੇ ਵਿੱਚ ਬੇਬੇ ਨਾਨਕੀ ਜੀ ਬੜੀ ਖੁਸ਼ੀਆਂ ਮਨਾ ਰਹੀ ਹੈ ਕਿ ਹੁਣ ਸਗਾਈ ਕਰਕੇ ਆਏ ਨੇ, ਭਾਵ ਲੜਕੀ ਨੂੰ ਰੋਕ ਕੇ ਆਏ ਹਨ। ਸਦਨ ਬੁਲਾਈ ਨਾਗਰ ਨਾਰੀ। ਸਾਰਾ ਬੇਬੇ ਨਾਨਕੀ ਜੀ ਨੇ ਆਪਣੇ ਸਾਕ ਸੰਬੰਧੀ ਸਾਰੇ ਬੁਲਾ ਕੇ ਬੜੀਆਂ ਖੁਸ਼ੀਆਂ ਕੀਤੀਆਂ। ਗਾਵਤ ਗੀਤ ਮਿਲੀ ਫਿਰ ਬੈਨੀ। ਸਾਰੇ ਬੜੇ ਖੁਸ਼ੀਆਂ ਦੇ ਗੀਤ ਗਾਉਂਦੇ ਨੇ। ਇਸ ਤਰ੍ਹਾਂ ਕਰਕੇ ਬੇਬੇ ਨਾਨਕੀ ਜੀ ਨੂੰ ਵਧਾਈਆਂ ਦਿੰਦੀਆਂ ਨੇ। ਉਹਨਾਂ ਦੇ ਬੇਦੀ ਕੁਲ ਦੀਆਂ, ਹੋਰ ਜਿਹੜੇ ਜੈ ਰਾਮ ਜੀ ਦੇ ਪਰਿਵਾਰ ਦੀਆਂ ਮਾਈ ਭਾਈ ਸਾਰੇ ਬੜੇ ਖੁਸ਼ੀਆਂ ਮਨਾਉਂਦੇ ਹਨ। ਗਾਰੀ ਦੇਹ ਸੁਖ ਦਮ੍ਰਿਗ ਨੈਣੀ। ਤਾਂ ਇਸ ਪ੍ਰਕਾਰ ਸਾਰੇ ਇੱਕ ਦੂਏ ਨੂੰ ਸਿੱਠਣੀਆਂ ਦਿੰਦੀਆਂ ਨੇ। ਹਾਂਜੀ, ਮੰਗਤ ਜਨ ਭਾਵਹਿ ਬਹੁ ਦਾਨਾ। ਇਸ ਪ੍ਰਕਾਰ ਬੜਾ ਪੁੰਨ ਦਾਨ ਕੀਤਾ ਜਾ ਰਿਹਾ ਹੈ ਖੁਸ਼ੀ ਦੇ ਮਾਹੌਲ 'ਚ। ਦੇਹ ਅਸੀਸ ਵਧਹਿ ਸੁਖ ਨਾਨਾ। ਸਾਰੇ ਬਜ਼ੁਰਗ ਸੀਸਾਂ ਦਿੰਦੇ ਨੇ, ਸਾਰੇ ਗਰੀਬ ਗਰੂਬੇ ਸੀਸਾਂ ਦਿੰਦੇ ਨੇ, ਸਾਰੇ ਬਜ਼ੁਰਗ ਸੀਸ ਦਿੰਦੇ ਨੇ, ਦਿਲੋਂ ਸੀਸ ਦਿੰਦੇ ਸੀ ਪਹਿਲਾਂ।
ਇਸ ਤਰ੍ਹਾਂ ਦਾ ਜ਼ਮਾਨਾ ਸੀ। ਹਾਂਜੀ। ਕੇਤਕ ਦਿਨ ਰਹਿ ਪੂਰੇ ਸੁਲਤਾਨਾ। ਫਿਰ ਕੁਝ ਦਿਨ ਰਹਿ ਕੇ ਮਹਿਤਾ ਕਾਲੂ ਜੀ ਸੁਲਤਾਨਪੁਰ ਦੇ ਵਿੱਚ ਥੋੜੇ ਦਿਨ ਰਹੇ। ਹਾਂਜੀ। ਪੁਨ ਕਾਲੂ ਚਹਿ ਕਰਿਓ ਪਿਆਨਾ। ਫਿਰ ਸਾਰਾ ਪਰਿਵਾਰ, ਨਾਨਾ ਜੀ, ਮਾਮਾ ਜੀ, ਮਹਿਤਾ ਕਾਲੂ ਜੀ ਵਾਪਸ ਜਾਣਾ ਚਾਹੁੰਦੇ ਹਨ। ਹਵੈ ਹੈ ਅਟਕੀ ਕ੍ਰਿਤ ਪਟਵਾਰੀ। ਕਹਿਣ ਲੱਗੇ ਮਹਿਤਾ ਕਾਲੂ ਜੀ ਵੀ ਰਾਏ ਬਲਾਰ ਜੀ ਤੋਂ ਛੁੱਟੀ ਲੈ ਕੇ ਆਏ ਆ, ਪਟਵਾਰੀ ਦਾ ਕੰਮ ਹੈ, ਇਸ ਕਰਕੇ ਜਾਣਾ ਪੈਣਾ ਹੈ। ਅਬ ਗਮਨੋ ਮੈਂ ਹਿਰਦੇ ਵਿਚਾਰੀ। ਸਾਨੂੰ ਹੁਣ ਵਾਪਸ ਜਾਣਾ ਪਵੇਗਾ। ਇਸ ਤਰ੍ਹਾਂ ਪਰਿਵਾਰ ਵਿੱਚ ਜੈ ਰਾਮ ਜੀ ਨੂੰ, ਪਰਮਾਨੰਦ ਜੀ ਨੂੰ ਲੱਗੇ ਕਹਿਣ। ਚਲਣ ਬੈਨ ਸੁਣ ਕਰ ਮਰਦਾਨਾ। ਮਰਦਾਨਾ ਜੀ ਨਾਲ ਸਨ। ਜਦੋਂ ਸੁਣਿਆ ਵੀ ਮਰਦਾਨਾ ਜੀ ਮਰਾਸੀਆਂ ਦਾ ਡੂਮ ਸੀ, ਤਾਂ ਮਰਦਾਨਾ ਜੀ ਕਹਿਣ ਲੱਗੇ ਵੀ ਇਹ ਤਾਂ ਸਾਰੇ ਚੱਲੇ ਨੇ। ਮਰਦਾਨੇ ਜੀ ਦਾ ਸੁਭਾਅ ਵਿਲੱਖਣੇ ਸੀ। ਹੁਣ ਅੱਗੇ ਸਾਖੀ ਦੇ ਵਿੱਚ ਆਵੇਗਾ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਹੁਤ ਪ੍ਰੇਮ ਸੀ ਭਾਈ ਮਰਦਾਨਾ ਜੀ ਦੇ ਨਾਲ। ਹੁਣ ਮਰਦਾਨਾ ਜੀ ਨੇ ਜਦੋਂ ਸੁਣਿਆ ਬਈ ਸਾਰੇ ਚੱਲਣ ਦੀ ਤਿਆਰੀ ਹੋ ਗਈ ਹੈ, ਵੀ ਮਹਿਤਾ ਕਾਲੂ ਜੀ ਨੇ ਤਾਂ, ਜੈ ਰਾਮ ਜੀ ਨੇ ਤਾਂ, ਨਾਨੇ ਜੀ ਨੇ ਤਾਂ ਵਧਾਈ ਦੇਣੀ ਹੈ ਥੋੜੀ ਥੋੜੀ। ਹੁਣ ਮਰਦਾਨਾ ਜੀ ਦਾ ਆਪਣਾ ਸੁਭਾਅ ਸੀ ਇਸ ਤਰ੍ਹਾਂ ਬਈ ਇਹਨਾਂ ਵਿੱਚ ਜ਼ਿਆਦੇ ਦਾਨੀ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਵੀ ਉਹ ਤਾਂ ਝੋਲੀਆਂ ਭਰ ਦਿੰਦੇ ਨੇ ਦਾਨ ਦੇ ਨਾਲ। ਤਾਂ ਇਸ ਪ੍ਰਕਾਰ ਭਾਈ ਮਰਦਾਨਾ ਜੀ ਉੱਠ ਕੇ ਕਿੱਥੇ ਪਹੁੰਚੇ? ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੇ। ਹਾਂਜੀ। ਗਵਨਿਓ ਜਹਾਂ ਹੁਤੇ ਗਤ ਦਾਨਾ। ਤਾਂ ਉੱਥੇ ਪਹੁੰਚਿਆ ਭਾਈ ਮਰਦਾਨਾ ਜੀ ਜਿੱਥੇ ਮੋਦੀ ਖਾਨੇ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਾਰਜ ਕਰ ਰਹੇ ਸਨ। ਨਿਕਟ ਜਾਏ ਕਰ ਗਿਰਾ ਵਖਾਨੀ। ਭਾਈ ਮਰਦਾਨੇ ਨੇ ਜਾ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੇ ਜਾ ਕੇ ਇਸ ਤਰ੍ਹਾਂ ਕਿਹਾ, ਸੁਣ ਜਜਮਾਨ ਅਧਿਕ ਤੁਮ ਦਾਨੀ। ਕਿ ਇਹ ਜਜਮਾਨ ਜੀ, ਤੁਸੀਂ ਮਾਲਕ ਹੋ, ਅਸੀਂ ਤੁਹਾਡੇ ਸੇਵਕ ਹਾਂ, ਕੋਈ ਪੁੰਨ ਦਾਨ ਕਰੋ, ਦਿਲ ਖੋਲ ਕੇ ਦਾਨ ਦਿਓ। ਇਸ ਤਰ੍ਹਾਂ ਮਰਦਾਨੇ ਨੇ ਕਿਹਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ। ਅਤ ਉਤ ਸ਼ਵਸੋ ਭਈ ਸਗਾਈ। ਕਿ ਬੜੇ ਖੁਸ਼ੀਆਂ ਦਾ ਮੌਕਾ ਹੈ, ਤੁਹਾਡੀ ਸਗਾਈ ਹੋਈ ਹੈ, ਇਸ ਕਰਕੇ ਚੰਗਾ ਪੁੰਨ ਦਾਨ ਕਰੋ। ਮੁਝਦੀ ਜੈ ਨਿਜ ਅਬਹਿ ਵਧਾਈ। ਮੈਨੂੰ ਹੁਣ ਦਿਲ ਖੋਲ ਕੇ ਵਧਾਈ ਦਿਓ, ਵੱਡਾ ਦਾਨ ਦਿਓ। ਇਸ ਤਰ੍ਹਾਂ ਮਰਦਾਨੇ ਜੀ ਨੇ ਕਿਹਾ ਭੋ ਸੁਖ ਰਸ ਅਵਾਸ ਮਿਰਾਸੀ। ਕਿ ਮੈਂ ਤੁਹਾਡਾ ਮਰਾਸੀ ਹਾਂ। ਇਸ ਤਰ੍ਹਾਂ ਮਰਦਾਨਾ ਜੀ ਨੇ ਜਦੋਂ ਕਿਹਾ, ਹਾਂਜੀ, ਧਰੋ ਸਦਾ ਮੈਂ ਰਾਵਹਿ ਆਸੀ। ਮੈਂ ਤਾਂ ਸੇਵਕ ਹਾਂ ਤੁਹਾਡਾ ਮਰਾਸੀ ਹਾਂ, ਤੁਹਾਡੇ ਉੱਪਰ ਵੱਡੀ ਆਸ ਰੱਖਦਾ। ਹੋਰ ਅਸੀਂ ਕਿੱਥੇ ਜਾਣਾ ਮੰਗਣ, ਤੁਹਾਡੇ ਤੋਂ ਹੀ ਮੰਗਾਂਗੇ। ਇਸ ਤਰ੍ਹਾਂ ਜਦੋਂ ਮਰਦਾਨਾ ਜੀ ਨੇ ਕਿਹਾ, ਹਾਂਜੀ, ਨਰ ਅਨੇਕ ਤੁਮ ਤੇ ਵਰਸਾਨੇ। ਮੈਂ ਸੁਣਿਆ ਵੀ ਤੁਹਾਡੇ ਤੋਂ ਬਹੁਤ ਦੁਨੀਆ ਪੁੰਨ ਦਾਨ ਲੈਂਦੀ ਹੈ, ਬੜੀ ਖੁਸ਼ ਹੋ ਕੇ ਜਾਂਦੀ ਹੈ, ਵੱਡਾ ਤੁਸੀਂ ਦਾਨ ਦਿੰਦੇ ਹੋ। ਪਾਵਹਿ ਜਾਚਕ ਨਿਜ ਮਨ ਭਾਨੇ। ਮਨ ਭਾਉਂਦੀਆਂ ਵਸਤੂਆਂ ਤੁਹਾਡੇ ਕੋਲੋਂ ਪ੍ਰਾਪਤ ਕਰਦੇ ਹਨ। ਅਬਲੋ ਮੈਂ ਨਾ ਜਾਚਨਾ ਕੀਨੀ। ਹਾਂ, ਹੁਣ ਤੱਕ ਤਾਂ ਨਹੀਂ ਮੈਂ ਕੁਝ ਮੰਗਿਆ, ਕਈ ਦਿਨ ਹੋ ਗਏ ਮੈਨੂੰ ਆਏ ਨੂੰ, ਹੁਣ ਤੱਕ ਤਾਂ ਨਹੀਂ ਮੰਗਿਆ। ਹੁਣ ਪਰ ਜਾਣ ਲੱਗੇ ਨੇ ਤਾਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ। ਤੁਮ ਵੀ ਤਦੇ ਤਵਸਤ ਸੋ ਲੀਨੀ। ਹਾਂ, ਕਹਿਣ ਲੱਗੇ ਤੁਹਾਡੇ ਪਿਤਾ ਨੇ ਜੋ ਮੈਨੂੰ ਕੁਝ ਦਿੱਤਾ ਮੈਂ ਲੈ ਲਿਆ, ਪਰ ਤੁਸੀਂ ਵੱਡੇ ਦਿਲ ਵਾਲੇ ਹੋ, ਤੁਸੀਂ ਦਿਲ ਖੋਲ ਕੇ ਮੈਨੂੰ ਦਾਨ ਦੇਵੋ। ਗਤ ਦਾਨੀ ਸੁਨ ਕਰਤ ਹੈ ਬਾਨੀ। ਇਸ ਪ੍ਰਕਾਰ ਮੁਕਤੀ ਦੇ ਦਾਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਾਈ ਮਰਦਾਨੇ ਦੇ ਉੱਪਰ ਨਿਗਾਹ ਪਾਈ। ਭਾਈ ਮਰਦਾਨੇ ਦੇ ਉੱਪਰ ਨਿਗਾਹ ਪਾ ਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੋਲੇ ਮ੍ਰਿਦੁਲ ਪਰਮ ਸੁਖ ਸਾਨੀ। ਬਹੁਤ ਪ੍ਰੇਮਮਈ ਆਵਾਜ਼ ਦੇ ਵਿੱਚ, ਮਧੁਰ ਔਰ ਸੁਰੀਲੀ ਆਵਾਜ਼ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ, ਭਾਈ ਮਰਦਾਨਿਆ, ਹਾਂਜੀ, ਜੋਨ ਮਨੋਰਥ ਮਨ ਭੈ ਤੇਰੇ। ਦੱਸ ਭਾਈ ਮਰਦਾਨਿਆ ਕੀ ਮੰਗਦਾ ਹੈ, ਕੀ ਮਨੋਰਥ ਹੈ ਤੇਰੇ ਮਨ ਦਾ, ਕੀ ਮੰਗਦਾ ਹੈ ਭਾਈ ਮਰਦਾਨਿਆ? ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ, ਹਾਂਜੀ, ਕਰੋ ਬਚਨ ਦੇਵੋ ਬਿਨ ਦੇਰੇ। ਜੋ ਭਾਈ ਤੂੰ ਮੰਗੇਗਾ ਮਰਦਾਨਿਆ ਤੈਨੂੰ ਬਿਨਾਂ ਦੇਰੀ ਤੋਂ ਦੇ ਦੇਾਂਗੇ। ਨਿਸੰਗ ਹੋ ਕੇ ਮੰਗ, ਭਾਵ ਕਿ ਖੁੱਲ ਕੇ ਮੰਗ, ਜੋ ਤੇਰੇ ਮਨ ਦੀ ਕਾਮਨਾ ਹੈ ਉਹ ਮੰਗ। ਇਸ ਤਰ੍ਹਾਂ ਮਹਾਰਾਜ ਜੀ ਮਰਦਾਨੇ ਨੂੰ ਲੱਗੇ ਕਹਿਣ, ਹਮਰੋ ਹੈ ਤੁਝ ਸੰਗ ਇੱਕ ਕਾਜੂ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਤੇਰਾ ਤੇ ਸਾਡਾ ਬੜੇ ਚਿਰ ਦਾ ਸੰਬੰਧ ਹੈ, ਤੂੰ ਸਾਡਾ ਪੁਰਾਤਨੀ ਯਾਰ ਹੈ। ਮਹਾਰਾਜ ਕਹਿਣ ਲੱਗੇ, ਇਸ ਵਾਰ ਵੀ ਤੇਰੇ ਨਾਲ ਸਾਨੂੰ ਵੱਡਾ ਕੰਮ ਹੈ। ਮਹਾਰਾਜ ਜੀ ਨੇ ਕਿਹਾ, ਤੇਰੇ ਨਾਲ ਸਾਨੂੰ ਵੱਡਾ ਕੰਮ ਹੈ, ਬੜੇ ਕਾਰਜ ਕਰਨੇ ਨੇ ਤੈਨੂੰ ਨਾਲ ਲੈ ਕੇ।
ਜਦੋਂ ਇਸ ਤਰ੍ਹਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਭਵਿੱਖ ਵਚਨ ਕੀਤੇ ਮਰਦਾਨੇ ਪ੍ਰਤੀ, ਅਭਿਲਾਖਾ ਪੂਰੋ ਨਿਜ ਆਜੂ। ਹਾਂ, ਕਹਿਣ ਲੱਗੇ ਅੱਜ ਤੇਰੀ ਮੰਗ ਪੂਰੀ ਕਰ ਦਿਆਂਗੇ। ਮਰਦਾਨਿਆ ਤੇਰਾ ਮੰਗਣ ਵਾਲਾ ਹੀ ਸੁਭਾਅ ਚੱਕ ਦਿਆਂਗੇ, ਤੈਨੂੰ ਅਮੰਗ ਕਰ ਦਿਆਂਗੇ, ਤੇਰੀ ਤਮਾਮ ਇੱਛਾ ਪੂਰੀ ਕਰ ਦਿਆਂਗੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਮਰਦਾਨੇ ਦੇ ਅੰਦਰ ਜੋਤ ਜਗਾਉਣ ਲੱਗੇ ਨੇ, ਅਬਨਾਸੀ ਰਾਜ ਦੇਣ ਲੱਗੇ ਨੇ, ਮਰਦਾਨੇ ਨੂੰ ਅਮੰਗ ਲੱਗੇ ਨੇ ਕਰਨ। ਅੱਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਦੇਖ ਕੇ ਕਿਸੇ ਰੰਗ 'ਚ ਚਲੇ ਗਏ। ਮਹਾਰਾਜ ਕਹਿੰਦੇ ਮਰਦਾਨਿਆ ਜੋ ਵਿਲਾਖਾ ਹੀ ਮੰਗ। ਇਸ ਤਰ੍ਹਾਂ ਮਹਾਰਾਜ ਜੀ ਲੱਗੇ ਕਹਿਣ, ਮਰਦਾਨਾ ਗੁਣ ਕੈ ਮਨ ਸਵਾਰਥ। ਤਾਂ ਇਸ ਪ੍ਰਕਾਰ ਮਰਦਾਨਾ ਹੁਣ ਆਪਣੇ ਮਨ ਦੇ ਵਿੱਚ ਸੋਚਣ ਲੱਗ ਗਿਆ ਕਿ ਕੀ ਮੰਗਾ ਮੈਂ, ਕੀ ਮੰਗਾ। ਹੁਣ ਗੁਰੂ ਨਾਨਕ ਦੇਵ ਜੀ ਤਾਂ ਦਿਆਲੂ ਹੋ ਗਏ ਨੇ, ਬੜੇ ਖੁਸ਼ ਹੋ ਗਏ ਨੇ। ਇਸ ਪ੍ਰਕਾਰ ਮਰਦਾਨਾ ਜੀ ਆਪਣੇ ਮਨ ਦੇ ਵਿੱਚ ਸੋਚਣ ਲੱਗ ਪਿਆ, ਕਹੈ ਦੇਹੋ ਕੋ ਭਲੋ ਪਦਾਰਥ। ਸੋਚ ਕੇ ਕੁਝ ਸੋਚ ਕੇ ਮਰਦਾਨਾ ਲੱਗਿਆ ਕਹਿਣ, ਮਹਾਰਾਜ ਜੀ ਮੈਨੂੰ ਕੋਈ ਭਲਾ ਪਦਾਰਥ ਦਿਓ, ਮੈਨੂੰ ਕੋਈ ਭਲਾ ਪਦਾਰਥ ਦਿਓ। ਇਸ ਤਰ੍ਹਾਂ ਮਰਦਾਨੇ ਨੇ ਕਿਹਾ, ਜਿਹ ਤੇ ਹਰਖ ਉਰ ਤ੍ਰਿਪਤਾਈ। ਜਿਹਦੇ ਉਹ ਪਦਾਰਥ ਨੂੰ ਪਾ ਕੇ ਮੇਰਾ ਮਨ ਵੀ ਖੁਸ਼ ਹੋ ਜਾਏ ਔਰ ਮੇਰੀ ਮਨ ਦੀ ਸਾਰੀ ਭੁੱਖ ਵੀ ਚਲੀ ਜਾਏ, ਮੇਰਾ ਮਨ ਤ੍ਰਿਪਤ ਹੋ ਜਾਵੇ। ਐਸਾ ਪਦਾਰਥ, ਐਸੀ ਵਸਤੂ ਮੈਨੂੰ ਦੇਣਾ ਕਰੋ। ਜਸ ਤੁਮਰੋ ਕਰ ਦਿਓ ਦਵਾਈ। ਤਾਂ ਕਹਿਣ ਲੱਗੇ ਮੈਂ ਤਾਂ ਦਿਨ ਰਾਤ ਤੁਹਾਡਾ ਜਸ ਕਰਦਾ ਰਹਿਣਾ, ਮੈਨੂੰ ਭਲੀ ਵਸਤੂ ਦੇ ਦੋਗੇ, ਅਸੀਂ ਤਾਂ ਮਰਾਸੀ ਹੁੰਨੇ ਆ ਮਹਾਰਾਜ, ਤੁਹਾਡਾ ਜਸ ਗਾਵਾਂਗੇ, ਤੁਹਾਡੀ ਕੁਲ ਦਾ ਜਸ ਗਾਵਾਂਗੇ। ਇਸ ਤਰ੍ਹਾਂ ਕਰਕੇ ਮਰਦਾਨੇ ਨੇ ਕਿਹਾ, ਹੈਰਾ ਵਰ ਕੋ ਮੁਝੇ ਭਰੋਸਾ। ਕਹਿਣ ਲੱਗਿਆ ਮਰਦਾਨਾ ਮੈਨੂੰ ਤੁਹਾਡੇ ਪਰ ਪੂਰਨ ਭਰੋਸਾ ਹੈ ਕਿ ਤੁਸੀਂ ਮੈਨੂੰ ਕੋਈ ਘਾਟੇ ਵਾਲੀ ਵਸਤੂ ਨਹੀਂ ਦਵੋਗੇ, ਚੰਗੀ ਵਸਤੂ ਦਵੋਗੇ। ਇਸ ਤਰ੍ਹਾਂ ਜਦੋਂ ਮਰਦਾਨੇ ਨੇ ਕਿਹਾ, ਸਮ ਉਦਾਰ ਕੋ ਨਿਰਪਨਾ ਸੰਕੋਸ਼ਾ। ਕਹਿਣ ਲੱਗੇ ਤੁਸੀਂ ਤਾਂ ਖਜ਼ਾਨਿਆਂ ਦੇ ਮਾਲਕ ਹੋ, ਤੁਹਾਡੇ ਬਰਾਬਰ ਤਾਂ ਰਾਜਾ ਵੀ ਦਾਨ ਨਹੀਂ ਕਰ ਸਕਦਾ। ਇਸ ਤਰ੍ਹਾਂ ਮਰਦਾਨੇ ਨੇ ਕਿਹਾ। ਹਾਂਜੀ, ਸੁਨ ਮਰਦਾਨਾ ਕਾਨ ਦੈ ਨੀਕ ਵਸਤਹਿ ਪਾਏ। ਤਾਂ ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆ ਭਾਈ ਸਾਡੀ ਗੱਲ ਧਿਆਨ ਦੇ ਕੇ ਸੁਣ, ਤੈਨੂੰ ਅਸੀਂ ਇੱਕ ਬਹੁਤ ਅਮੁੱਲ ਵਸਤੂ ਜੇ ਦੇ ਦਈਏ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆ ਅਸੀਂ ਤੈਨੂੰ ਬਹੁਤ ਬੇਸ਼ੁਮਾਰ ਕੀਮਤੀ, ਜਿਹਦਾ ਕੋਈ ਮੁੱਲ ਨਹੀਂ ਹੈ, ਅਮੁੱਲ ਵਸਤੂ ਤੈਨੂੰ ਦੇ ਦਈਏ। ਜਦੋਂ ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ, ਕੀਮਤ ਤਾਹੇ ਨਾ ਜਾਣਈ ਰੰਜ ਰਿਦਾ ਹਵੈ ਜਾਏ। ਪਰ ਫਿਰ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਤੈਨੂੰ ਉਹ ਵਸਤੂ ਦੀ ਕੀਮਤ ਨਹੀਂ ਅਜੇ ਪਤਾ, ਤੇਰਾ ਮਨ ਖੁਸ਼ ਨਹੀਂ ਅਜੇ ਹੋਣਾ, ਤੈਨੂੰ ਅਸੀਂ ਬਹੁਤ ਅਮੋਲਕ ਵਸਤੂ ਦੇਣੀ ਚਾਹੁੰਦੇ ਆ, ਪਰ ਤੇਰੇ ਹਿਰਦੇ ਦੇ ਵਿੱਚ ਅਜੇ ਜਿਹੜੀ ਮੰਗ ਹੈ ਨਾ, ਉਹ ਅਜੇ ਮਾਇਆ ਦੀ ਔਰ ਪਦਾਰਥਾਂ ਦੀ ਹੈ। ਸਾਡੇ ਕੋਲ ਜਿਹੜੀ ਵਸਤੂ ਹੈ ਬੇਸ਼ੁਮਾਰ ਕੀਮਤੀ ਹੈ, ਅਸੀਂ ਤੈਨੂੰ ਕੀਮਤੀ ਵਸਤੂ ਦੇ ਤਾਂ ਦਈਏ, ਪਰ ਤੂੰ ਇਸ ਤਰ੍ਹਾਂ ਮਹਾਰਾਜ ਕਹਿੰਦੇ, ਪਰ ਕੀਮਤ ਤਾਹੇ ਨਾ ਜਾਣਈ ਰੰਜ ਰਿਦਾ ਹੋਵੇ ਜਾਏ। ਕਹਿਣ ਲੱਗੇ ਪਰ ਤੇਰੇ ਹਿਰਦੇ ਦੇ ਵਿੱਚ ਰੰਜ ਰਵੇਗਾ। ਇਸ ਤਰ੍ਹਾਂ ਮਹਾਰਾਜ ਜੀ ਲੱਗੇ ਕਹਿਣ, ਕਰੋ ਲਾਲਸਾ ਦਰਦ ਦਕੁਲਾ। ਤਾਂ ਕਹਿਣ ਲੱਗੇ ਅਜੇ ਤਾਂ ਤੇਰੇ ਹਿਰਦੇ ਦੇ ਵਿੱਚ ਨਾ ਕੱਪੜੇ ਦੀ ਔਰ ਧਨ ਦੀ ਲਾਲਸਾ ਹੈ। ਤੇਰਾ ਮਨ ਜਿਹੜਾ ਮੰਗ ਰਿਹਾ ਨਾ, ਕੱਪੜਾ ਤੇ ਪੈਸੇ ਮੰਗ ਰਿਹਾ। ਸਾਡੇ ਕੋਲ ਜਿਹੜੀ ਬੇਸ਼ੁਮਾਰ ਕੀਮਤੀ ਚੀਜ਼ ਹੈ, ਉਹਦੇ ਮਨ ਉਹ ਚੀਜ਼ ਮੰਗਣ ਵਾਸਤੇ ਹਲੇ ਤੇਰੇ ਮਨ 'ਚ ਲਾਲਸਾ ਨਹੀਂ ਹੈ, ਮਹਾਰਾਜ ਕਹਿੰਦੇ। ਇਸ ਤਰ੍ਹਾਂ ਮਹਾਰਾਜ ਜੀ ਲੱਗੇ ਕਹਿਣ, ਨਹਿ ਜਾਣਹੁ ਆਗੇ ਕਿਆ ਸੂਲਾ। ਪਰ ਤੈਨੂੰ ਇਹ ਗੱਲ ਨਹੀਂ ਪਤਾ, ਇਹ ਜਿਹੜੇ ਧਨ ਪਦਾਰਥ ਨੇ ਅੱਗੇ ਕੰਮ ਨਹੀਂ ਆਉਂਦੇ, ਇਸ ਗੱਲ ਦੀ ਤੈਨੂੰ ਪਤਾ ਨਹੀਂ ਹੈ। ਇਸ ਤਰ੍ਹਾਂ ਮਰਦਾਨੇ ਜੀ ਨੂੰ ਲੱਗੇ ਕਹਿਣ, ਜਾਤ ਮਿਰਾਸੀ ਜਾਚਣ ਦਰਬਾ। ਕਹਿਣ ਲੱਗੇ ਤੂੰ ਮਰਾਸੀ ਹੈ, ਤੈਨੂੰ ਤਾਂ ਪੈਸੇ ਦੀ ਜ਼ਿਆਦੇ ਭੁੱਖ ਲੱਗੀ ਰਹਿੰਦੀ ਹੈ, ਤੇਰਾ ਮੰਗਣ ਦਾ ਸੁਭਾਅ ਨਹੀਂ ਜਾਂਦਾ ਮਰਦਾਨਿਆ। ਇਸ ਤਰ੍ਹਾਂ ਮਹਾਰਾਜ ਜੀ ਨੇ ਹੱਸ ਕੇ ਗੱਲ ਕਹੀ। ਹਾਂਜੀ, ਪਹਿਰਨ ਖਾਣ ਲਖੋ ਸੁਖ ਸਰਬਾ। ਤੈਨੂੰ ਤਾਂ ਬਸ ਖਾਣ ਦਾ ਔਰ ਪਾਣ ਦਾ, ਇਹ ਦੋ ਚੀਜ਼ਾਂ ਦਾ ਪਤਾ ਹੈ ਮਰਦਾਨਿਆ, ਤੈਨੂੰ ਅਜੇ ਨਾ ਤਾਂ ਤੇਰਾ ਤੂੰ ਕੌਣ ਹੈ ਇਸ ਗੱਲ ਦਾ ਪਤਾ ਹੈ, ਨਾ ਤੂੰ ਅਜੇ ਸਾਨੂੰ ਇਹ ਪਛਾਣ ਸਕਦਾ ਹੈ। ਜੋ ਅਸੀਂ ਤੈਨੂੰ ਵਸਤੂ ਦੇਣੀ ਹੈ, ਅਜੇ ਤੈਨੂੰ ਉਹਦੀ ਵੀ ਕੀਮਤ ਨਹੀਂ ਪਤਾ, ਅਜੇ ਤਾਂ ਤੈਨੂੰ ਬਸ ਕੱਪੜੇ ਔਰ ਖਾਣ ਪੀਣ ਤੱਕ ਦਾ ਹੀ ਗਿਆਨ ਹੈ।
ਇਸ ਤਰ੍ਹਾਂ ਮਹਾਰਾਜ ਜੀ ਨੇ ਮਰਦਾਨੇ ਨੂੰ ਕਹੀ ਗੱਲ। ਮਨ ਗੁਣੀ ਕਹਿ ਪਿਨਹੀ ਮਰਦਾਨਾ। ਤਾਂ ਇਸ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਸੁਣ ਕੇ ਮਰਦਾਨਾ ਜੀ ਬੋਲਿਆ। ਸੋ ਦੀਜੈ ਜੋ ਨੀਕੋ ਜਾਨਾ। ਮਰਦਾਨਾ ਜੀ ਲੱਗਿਆ ਕਹਿਣ, ਚੰਗਾ ਜੀ ਫਿਰ ਤੁਸੀਂ ਉਹ ਵਸਤੂ ਮੈਨੂੰ ਦਿਓ ਜੋ ਤੁਸੀਂ ਦੇਣਾ ਚਾਹੁੰਦੇ ਹੋ, ਜੋ ਤੁਹਾਡੇ ਮਨ ਵਿੱਚ ਹੈ। ਮੈਂ ਤਾਂ ਅਣਜਾਣ, ਮੈਂ ਤਾਂ ਕੋਈ ਝੂਠੀ ਵਸਤੂ ਨਾ ਮੰਗ ਲਵਾਂ, ਮੈਂ ਕੋਈ ਘੱਟ ਨਾ ਵਸਤੂ ਮੰਗ ਲਵਾਂ। ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਬੇਸ਼ੁਮਾਰ ਕੀਮਤੀ ਚੀਜ਼ ਦੇਣਾ ਚਾਹੁੰਦੇ ਹਾਂ, ਜਿਹਦੀ ਕੀਮਤ ਹੀ ਕੋਈ ਨਹੀਂ। ਇਸ ਕਰਕੇ ਮਰਦਾਨਾ ਜੀ ਲੱਗਿਆ ਕਹਿਣ, ਮਹਾਰਾਜ ਜੀ ਮੈਨੂੰ ਉਹ ਵਸਤੂ ਦਿਓ ਜੋ ਤੁਸੀਂ ਆਪਣੀ ਮਰਜ਼ੀ ਅਨੁਸਾਰ ਮੈਨੂੰ ਦੇਣਾ ਚਾਹੁੰਦੇ ਹੋ। ਜੋ ਮੁਝ ਭਲਾ ਹੋਏ ਸੁਖ ਪੂੰਜਾ। ਤਾਂ ਕਹਿਣ ਲੱਗੇ, ਜਿਸ ਕਰਕੇ ਮੇਰਾ ਭਲਾ ਹੋ ਜਾਏਗਾ, ਮੇਰਾ ਜੀਵਨ ਸੁਖੀ ਹੋ ਜਾਵੇਗਾ। ਹਾਂਜੀ। ਸੋ ਦੇਵੋ ਕਿਉਂ ਹੋ ਬਹੁ ਰੰਜਾ। ਮੈਂ ਕਿਉਂ ਰੰਜ ਕਰਾਂਗਾ ਮਹਾਰਾਜ ਜੀ, ਮੈਂ ਕਿਉਂ ਨਾ ਖੁਸ਼ ਹੋਵਾਂਗਾ ਜਦੋਂ ਤੁਸੀਂ ਆਪਣੇ ਦਿਲ ਕਰਕੇ, ਆਪਣੇ ਮਨ ਤੋਂ ਖੁਸ਼ ਹੋ ਕੇ ਮੈਨੂੰ ਵਸਤੂ ਦਵੋਗੇ। ਬੋਲੇ ਕਮਲ ਨੈਣ ਤੁਝ ਦੀਨੋ। ਤਾਂ ਉਸ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਅਸੀਂ ਤੈਨੂੰ ਇੱਕ ਗੁਣ ਦਿੱਤਾ ਸੀ। ਮਰਦਾਨਿਆ ਯਾਦ ਹੀ ਭਾਈ, ਤੂੰ ਸਾਡਾ ਪੁਰਾਤਨੀ ਯਾਰ ਹੈ, ਅਸੀਂ ਤੈਨੂੰ ਇੱਕ ਗੁਣ ਦਿੱਤਾ ਸੀ। ਮਰਦਾਨਾ ਚੁੱਪ ਹੋ ਗਿਆ। ਇਸ ਤਰ੍ਹਾਂ ਮਹਾਰਾਜ ਜੀ ਨੇ ਫੇਰ ਬਚਨ ਕਿਹਾ। ਹਾਂਜੀ। ਬਾਦਿਤ ਤੰਤ ਬਜਾਵਨ ਚੀਨੋ। ਭਾਈ ਤੈਨੂੰ ਰਬਾਬ ਵਜਾਉਣ ਦਾ ਅਸੀਂ ਇੱਕ ਗੁਣ ਦਿੱਤਾ ਸੀ, ਪਰਮੇਸ਼ਰ ਦੀ ਕੀਰਤ ਕਰਨ ਦਾ ਤੈਨੂੰ ਗੁਣ ਦਿੱਤਾ ਸੀ, ਪਰਮੇਸ਼ਰ ਦੀ ਉਸਤਤ ਕਰਨ ਦਾ ਤੈਨੂੰ ਗੁਣ ਦਿੱਤਾ ਸੀ। ਮਰਦਾਨਿਆ ਕੁਝ ਯਾਦ ਹੈ ਕਿ ਭੁੱਲ ਗਿਆ? ਇਸ ਤਰ੍ਹਾਂ ਮਹਾਰਾਜ ਜੀ ਹੁਣ ਮਰਦਾਨੇ ਦੀ ਸੋਏ ਹੋਏ ਮਨ ਨੂੰ ਜਗਾਉਣ ਲੱਗੇ ਨੇ। ਮਹਾਰਾਜ ਜੀ ਮਰਦਾਨੇ ਨੂੰ, ਗੁਰੂ ਸਿੱਖ ਨੂੰ ਪਛਾਣ ਲੈਂਦਾ ਹੈ, ਆਪਣੇ ਸੇਵਕ ਨੂੰ ਜਿਹੜਾ ਗੁਰੂ ਹੈ ਪਛਾਣ ਲੈਂਦਾ ਹੈ। ਹੁਣ ਮਰਦਾਨੇ ਨੂੰ ਮਹਾਰਾਜ ਜੀ ਆਪਣੇ ਨਾਲ ਜੋੜਨ ਲੱਗੇ ਨੇ, ਉਹਦੇ ਅੰਦਰ ਸ਼ਰਧਾ ਵਿਸ਼ਵਾਸ ਜਗਾਉਣ ਲੱਗੇ ਨੇ, ਮਰਦਾਨੇ ਨੂੰ ਖਿੱਚਣ ਲੱਗੇ ਨੇ ਆਪਣੇ ਵੱਲ। ਇਸ ਪ੍ਰਕਾਰ ਯਾ ਗੁਣ ਤੇ ਮਨ ਹਰ ਕਰ ਸ਼ੌਂਕੂ। ਤਾਂ ਕਹਿਣ ਲੱਗੇ, ਜਿਹਦੇ ਅੰਦਰ ਇਹ ਗੁਣ ਆ ਜਾਵੇ ਮਰਦਾਨਿਆ, ਉਹਦਾ ਹਰਕ ਸੋਗ ਮਿਟ ਜਾਂਦਾ ਹੈ। ਬੰਧਨ ਤਜਹਵੈ ਸੁਖ ਦਵੈ ਲੋਕੂ। ਸਾਰੇ ਦੁਨਿਆਵੀ ਬੰਧਨ ਉਹਦੇ ਟੁੱਟ ਜਾਂਦੇ ਹਨ। ਹਰ ਗੁਣ ਗਾਵਨ ਕੇ ਰਸ ਮਾਹੀ। ਜਿਹਨੇ ਵੀ ਪਰਮੇਸ਼ਰ ਦਾ ਪ੍ਰੇਮ ਦੇ ਨਾਲ ਜਸ ਗਾਇਆ ਹੈ ਮਰਦਾਨਿਆ, ਪਰਚੈ ਮਨ ਅਵਗੁਣ ਮਿਟ ਜਾਹੀ। ਉਹਦਾ ਮਨ ਜਿਹੜਾ ਹੈ ਸਦਾ ਆਨੰਦ ਅਵਸਥਾ ਵਿੱਚ ਚਲਿਆ ਜਾਂਦਾ, ਉਹਦੇ ਮਨ ਅੰਦਰੋਂ ਸਾਰੇ ਹੀ ਔਗਣ ਚਲੇ ਜਾਂਦੇ ਹਨ। ਅਸਗੁਣ ਸੋ ਅਭਿਲਾਖਾ ਮੇਰੀ। ਐਸਾ ਗੁਣ ਸਾਡੀ ਅਭਿਲਾਖਾ ਵੀ ਤੈਨੂੰ ਦੇ ਦਈਏ, ਇਹ ਵਾਲੀ ਤੈਨੂੰ ਵਸਤੂ ਦਈਏ, ਤੈਨੂੰ ਪਰਮੇਸ਼ਰ ਦੀ ਉਸਤਤ ਬਖਸ਼ ਦਈਏ, ਤੈਨੂੰ ਪਰਮੇਸ਼ਰ ਦਾ ਕੀਰਤਨ ਬਖਸ਼ ਦਈਏ, ਤੂੰ ਪਰਮੇਸ਼ਰ ਦਾ ਜਸ ਕਰੇ, ਤੈਨੂੰ ਆਹ ਵਾਲੀ ਵਸਤੂ ਬਖਸ਼ ਦਈਏ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ, ਇਹ ਸਾਡੀ ਅਭਿਲਾਖਾ ਹੈ। ਰਹਿ ਸੰਗ ਜੇ ਹਵੈ ਗਤ ਤੇਰੀ। ਤਾਂ ਕਹਿਣ ਲੱਗੇ, ਦੱਸ ਦੇ ਦਈਏ, ਇਹ ਵਸਤੂ ਸਾਡੀ ਸਾਂਭ ਲਏਗਾ ਤੂੰ? ਤਾਂ ਇਸ ਤਰ੍ਹਾਂ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫੇਰ ਮਰਦਾਨੇ ਨੂੰ ਇਸ ਤਰ੍ਹਾਂ ਕਹਿਣ ਲੱਗੇ। ਹਾਂਜੀ। ਯੋਂ ਸੁਣ ਹਰਿਕ ਉਠਿਓ ਮਰਦਾਨਾ। ਇਹ ਸੁਣ ਕੇ ਮਰਦਾਨਾ ਬਹੁਤ ਖੁਸ਼ ਹੋਇਆ ਔਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਉਸਤਤ ਕੀਤੀ। ਫਿਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਆਪ ਪੋਸ਼ਾਕ ਪਹਿਨੀ ਸੀ, ਉਹ ਮਹਾਰਾਜ ਜੀ ਨੇ ਲਾ ਕੇ ਪੋਸ਼ਾਕ ਮਰਦਾਨੇ ਨੂੰ ਪਵਾਈ ਔਰ ਖੁੱਲਾ ਦਾਨ ਦਿੱਤਾ। ਮਹਾਰਾਜ ਜੀ ਨੇ ਦਾਨ ਦੇ ਕੇ ਮਰਦਾਨੇ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਮਰਦਾਨਿਆ ਇੱਕ ਗੱਲ ਯਾਦ ਰੱਖੀ, ਹੁਣ ਤੂੰ ਬੇਦੀ ਕੁਲ ਦਾ ਮਰਾਸੀ ਹੈ, ਕਿਸੇ ਅੱਗੇ ਹੱਥ ਨਾ ਅੱਡੀ। ਮਹਾਰਾਜ ਕਹਿੰਦੇ ਕਿਸੇ ਅੱਗੇ ਹੱਥ ਨਾ ਅੱਡੀ। ਮਰਦਾਨਿਆ ਹੱਥ ਨਾ ਅੱਡੀ। ਮਰਦਾਨਾ ਕਹਿੰਦਾ, ਜੀ ਸਾਡਾ ਤਾਂ ਮਰਾਸੀ ਆ, ਅਸੀਂ ਤਾਂ ਮੰਗ ਕੇ ਖਾਣਾ ਹੀ ਸਾਡਾ ਧਰਮ ਹੈ। ਮਹਾਰਾਜ ਕਹਿੰਦੇ, ਪਹਿਲੇ ਬਣੀ ਪ੍ਰਲਬਧ ਪਾਛੇ ਬਣਿਆ ਸਰੀਰ। ਕਹਿਣ ਲੱਗੇ, ਮਰਦਾਨਿਆ ਤੈਨੂੰ ਕਰਤਾਰ ਭੁੱਖਾ ਨਹੀਂ ਮਰਨ ਦੇਗਾ, ਪਰ ਇੱਕ ਸਾਡੀ ਗੱਲ ਯਾਦ ਰੱਖੀ, ਕਿਸੇ ਅੱਗੇ ਹੱਥ ਨਾ ਅੱਡੀ। ਇਸ ਤਰ੍ਹਾਂ ਮਰਦਾਨੇ ਨੂੰ ਮਹਾਰਾਜ ਜੀ ਨੇ ਸਿੱਖਿਆ ਦੇ ਕੇ ਬੜਾ ਉਸ ਨੂੰ ਖੁਸ਼ ਕੀਤਾ। ਮਹਾਰਾਜ ਜੀ ਨੇ ਕਹਿਣ ਲੱਗੇ, ਮਰਦਾਨਿਆ ਤੇਰੇ ਤਾਈਂ ਭਾਈ ਸਾਨੂੰ ਬੜਾ ਕੰਮ ਹੈ। ਫਿਰ ਪਿਤਾ ਮਹਿਤਾ ਕਾਲੂ ਜੀ ਆ ਜਾਂਦੇ ਨੇ, ਹੋਰ ਸਾਰੇ ਸਾਕ ਸੰਬੰਧੀ ਨਾਲ ਆਉਂਦੇ ਨੇ, ਤੇ ਫਿਰ ਮੋਦੀ ਖਾਨੇ ਤੇ ਬੈਠ ਕੇ ਇਸ ਤਰ੍ਹਾਂ ਮਹਿਤਾ ਕਾਲੂ ਜੀ ਲੱਗੇ ਕਹਿਣ ਲੱਗੇ, ਹੁਣ ਦੇਖ ਪੁੱਤਰ, ਹੁਣ ਤੇਰੀ ਸਗਾਈ ਹੋ ਗਈ ਹੈ, ਹੁਣ ਤੂੰ ਧਨ ਪਦਾਰਥ ਜੋੜ ਲਿਆ ਕਰ,
ਹੁਣ ਪੈਸੇ ਨਾ ਖਰਾਬ ਕਰਿਓ, ਬਹੁਤ ਪੁੰਨਦਾਨ ਕਰ ਲਿਆ, ਹੁਣ ਵਿਆਹ ਵਾਸਤੇ ਬਹੁਤ ਧਨ ਦੀ ਲੋੜ ਹੈ। ਸੋ ਇਸ ਤਰ੍ਹਾਂ ਕਰਕੇ ਫਿਰ ਸਾਰਿਆਂ ਨੂੰ ਖੁਸ਼ੀ ਕੀਤੀ ਗਈ। ਔਰ ਫਿਰ ਧੰਨ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਪ੍ਰੀਤਮ ਰਾਏ ਬੁਲਾਰ ਜੀ ਵਾਸਤੇ ਇੱਕ ਸੁਨੇਹਾ ਭੇਜਿਆ। ਕਹਿਣ ਲੱਗੇ, ਪਿਤਾ ਜੀ ਰਾਏ ਬੁਲਾਰ ਜੀ ਨੂੰ ਕਹਿਣਾ ਅਸੀਂ ਵੀ ਉਸ ਨੂੰ ਉਸੇ ਤਰ੍ਹਾਂ ਯਾਦ ਕਰਦੇ ਹਾਂ ਜਿਵੇਂ ਰਾਏ ਬੁਲਾਰ ਜੀ ਸਾਨੂੰ ਯਾਦ ਕਰਦਾ ਹੈ, ਔਰ ਸਾਡੀ ਰਾਏ ਬੁਲਾਰ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨਾ। ਅਸੀਂ ਵੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਰਹਿੰਦੇ ਹਾਂ। ਇਸ ਤਰ੍ਹਾਂ ਰਾਏ ਬੁਲਾਰ ਜੀ ਪ੍ਰਤੀ ਫਿਰ ਪ੍ਰੇਮ ਦਾ ਸੁਨੇਹਾ ਮਹਾਰਾਜ ਜੀ ਨੇ ਭੇਜਿਆ। ਮਹਿਤਾ ਕਾਲੂ ਜੀ ਤੇ ਸਾਰਾ ਪਰਿਵਾਰ ਤੇ ਨਾਲ ਭਾਈ ਮਰਦਾਨਾ ਜੀ ਫਿਰ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ ਆ ਜਾਂਦੇ ਹਨ। ਸੋ ਇੱਥੇ ਹੀ ਹੁਣ ਕਥਾ ਦੀ ਸਮਾਪਤੀ ਹੈ। ਇਹ ਤੋਂ ਜਿਹੜੀ ਅਗਲੀ ਕਥਾ ਹੁਣ ਕੱਲ੍ਹ ਨੂੰ ਚੱਲੇਗੀ। ਫਿਰ ਅੱਗੇ ਜਾ ਕੇ ਮਰਦਾਨਾ ਜੀ ਨਾਲ ਹੀ ਲੱਗ ਜਾਣਗੇ ਮਹਾਰਾਜ ਜੀ ਦੇ। ਬੜੇ ਮਰਦਾਨਾ ਸਵਾਲ ਜਵਾਬ ਕਰੇਗਾ ਮਹਾਰਾਜ ਜੀ ਨੂੰ। ਬਹੁਤ ਪ੍ਰੇਮ ਦੀ ਸਾਖੀ ਚੱਲੇਗੀ। ਇੱਥੇ ਹੀ ਕਥਾ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।